ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ। 184 ਫੇਰ ਪਿਆ, ਮਰ ਜੰਮੈ ਹੋਏ ਖੁਆਰ। ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋਇ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਇ। ਸਚ ਰਤੇ ਗੁਰ ਸ਼ਬਦ ਸਿਉ, ਤਿਨ ਸੱਚੀ ਸਦਾ ਲਿਵ ਹੋਇ। ਨਾਨਕ ਜਿਸਨੂੰ ਮਿਲੇ ਨਾ ਵਿਛੜੈ, ਸਹਿਜ ਸਮਾਵੈ ਸੋਇ। ਮਹਿਲਾ ਤੀਜਾ। ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਧਾਵਤ ਰਾਖੈ ਇਕਤ ਘਰ ਆਣੈ, ਜੀਵਤ ਮਰੈ ਹਰ ਨਾਮ ਵਖਾਣੈ। ਐਸਾ ਭਗਉਤੀ ਉੱਤਮ ਹੋਇ, ਨਾਨਕ ਸੱਚ ਸਮਾਵੈ ਸੋਇ। ਮਹਿਲਾ ਤੀਜਾ। ਅੰਤਰ ਕਪਟ ਭਗਉਤੀ ਕਹਾਏ, ਪਾਖੰਡ ਪਰ ਬ੍ਰਹਮ ਕਦੇ ਨਾ ਪਾਏ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਸਤ ਸੰਗਤ ਸਿਉ ਬਾਦ ਰਚਾਏ, ਅਨ ਦਿਨ ਦੁਖੀਆ ਦੂਜੈ ਭਾਰ ਚਾਏ। ਹਰ ਨਾਮ ਨ ਚੇਤੈ ਬਹੁ ਕਰਮ ਕਮਾਏ, ਪੂਰਵ ਲਿਖਿਆ ਸੋ ਮਿਟਣਾ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ, ਮੋਖ ਨ ਪਾਏ ਪੌੜੀ। ਸਤਿਗੁਰ ਜਿਨੀ ਧਿਆਇਆ, ਸੇ ਕੜ ਨਾ ਸੁਵਾਈ। ਸਤਿਗੁਰ ਜਿਨੀ ਧਿਆਇਆ, ਸੇ ਤ੍ਰਿਪਤ ਅਗਾਈ। ਸਤਿਗੁਰ ਜਿਨੀ ਧਿਆਇਆ, ਤਿਨ ਜਮ ਡਰ ਨਾਹੀ। ਜਿਨ ਕੋ ਹੋਆ ਕਿਰਪਾਲ, ਹਰ ਸੇ ਸਤਿਗੁਰ ਪੈਰੀ ਪਾਈ। ਤਿਨ ਐਥੈ ਓਥੈ ਮੁਖ ਉਜਲੇ, ਹਰ ਦਰਗਾ ਪੈਂਦੇ ਜਾਈ। ਜਿਨ ਕੋ ਹੋਆ ਕਿਰਪਾਲ ਹਰ, ਸੇ ਸਤਿਗੁਰ ਪੈਰੀ ਪਾਈ। ਤਿਨ ਐਥੈ ਓਥੈ ਮੁਖ ਉਜਲੇ, ਹਰ ਦਰਗਾ ਪੈਂਦੇ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਮੁੱਚੇ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਜਿੰਨੇ ਵੀ ਸਰੀਰ ਜੁੜ ਬੈਠੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਮਨ ਹਿਰਦੇ ਤੋਂ ਸ਼ੁਕਰਾਨਾ ਕਰਿਓ। ਔਰ ਅਰਦਾਸ ਵਿੱਚ ਫਿਰ ਮੰਗਣਾ ਹੈ ਦੋ ਗੱਲਾਂ, ਇੱਕ ਸ਼ੁਕਰਾਨਾ ਕਰਨਾ, ਇੱਕ ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਮੰਗ ਰੱਖਣੀ, ਮਹਾਰਾਜ ਜੀ ਜਿੱਥੇ ਤਨ ਕਰਕੇ ਸਾਨੂੰ ਬਿਠਾਇਆ ਹੈ, ਉੱਥੇ ਮਨ ਕਰਕੇ ਵੀ ਹਾਜ਼ਰੀ ਲਾ ਲਿਓ। ਕਿਉਂਕਿ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ, ਕਿਸੇ ਵੀ ਕਿੱਤੇ ਵਿੱਚ, ਕਿਸੇ ਵੀ ਇੰਸਟੀਚਿਊਟ ਵਿੱਚ, ਕਿਸੇ ਵੀ ਵਰਕ ਵਿੱਚ ਇਹ ਨਹੀਂ ਹੁੰਦਾ ਕਿ ਬੰਦਾ ਸਰੀਰ ਕਰਕੇ, ਤਨ ਕਰਕੇ ਹਾਜ਼ਰ ਹੋਵੇ ਤੇ ਉਹਦੀ ਗੈਰ ਹਾਜ਼ਰੀ ਲੱਗ ਜਾਏ।
ਜਦੋਂ ਉਹ ਤਨ ਕਰਕੇ ਉਸ ਇੰਸਟੀਚਿਊਟ ਵਿੱਚ ਭਾਵੇਂ ਉਹ ਪੜ੍ਹ ਰਿਹਾ ਹੈ, ਭਾਵੇਂ ਉਹ ਜੌਬ ਕਰ ਰਿਹਾ ਹੈ, ਉਹਦੇ ਪਹੁੰਚਣ ਤੋਂ ਬਾਅਦ ਆਟੋਮੈਟਿਕ ਉਸ ਦੀ ਹਾਜ਼ਰੀ ਹੈ। ਅੱਗੇ ਸਿਸਟਮ ਸੀ ਕਿ ਪਹੁੰਚਣ ਤੋਂ ਬਾਅਦ ਟਾਈਮ ਲਿਖ ਕੇ ਫਿਰ ਸਿਗਨੇਚਰ ਕਰਨੇ। ਹੁਣ ਕੁਝ ਇਲੈਕਟ੍ਰੋਨਿਕ ਸਿਸਟਮ ਆ ਗਏ, ਕਾਰਡ ਬਣ ਗਏ, ਔਰ ਜਾਂਦਿਆਂ ਸਾਰ ਤੁਸੀਂ ਗੇਟ ਤੇ ਪੰਚ ਕਰਦੇ ਹੋ, ਤੁਹਾਡੀ ਹਾਜ਼ਰੀ ਜਿਹੜੀ ਹੈ ਉਸ ਇੰਸਟੀਚਿਊਟ ਵਿੱਚ ਲੱਗ ਜਾਂਦੀ। ਕਿਸੇ ਵੀ ਇੰਸਟੀਚਿਊਟ ਵਿੱਚ, ਕਿਸੇ ਕਿੱਤੇ ਵਿੱਚ, ਕਿਸੇ ਖਿੱਤੇ ਵਿੱਚ, ਕਿਸੇ ਵਰਕ ਵਿੱਚ ਇਹ ਨਹੀਂ ਕਿ ਸਰੀਰ ਕਰਕੇ ਬੰਦਾ ਪਹੁੰਚਿਆ ਹੋਵੇ ਤੇ ਹਾਜ਼ਰੀ ਨਾ ਲੱਗੇ। ਸਿਰਫ ਧਰਮ ਦੀ ਦੁਨੀਆ ਵਿੱਚ ਇਹ ਵਾਪਰਦਾ ਕਿ ਤਨ ਕਰਕੇ ਹਾਜ਼ਰ ਹੋਵੇ ਤੇ ਗੁਰੂ ਦੇ ਰਜਿਸਟਰ ਵਿੱਚੋਂ ਗੈਰ ਹਾਜ਼ਰ ਹੋ ਜਾਂਦਾ। ਕਿਉਂ? ਉਹ ਮਨ ਕਰਕੇ ਹਾਜ਼ਰ ਨਹੀਂ, ਉਹਦੀ ਅਟੈਂਡੈਂਸ ਹੈ ਪਰ ਮਨ ਕਰਕੇ ਉਸ ਚੇਤ ਸਾਵਧਾਨ ਤੇ ਅਟੈਂਡਿਵ ਨਹੀਂ। ਇਸ ਲਈ ਸਾਹਿਬ ਨੇ ਇਹ ਗੱਲ ਸੁਚੇਤ ਕਰਨ ਲਈ ਕਹੀ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਨਾਲ ਕਿਹਾ ਸਾਵਧਾਨ। ਇਕਾਗਰ ਚਿੱਤ, ਤਨ ਕਰਕੇ ਸੁਚੇਤ ਰਹੀ ਤੇ ਇਕਾਗਰ ਚਿੱਤ ਹੋ ਕੇ ਹਾਜ਼ਰੀ ਲਾਈ। ਉਹਦੇ ਵਾਸਤੇ ਮਹਾਰਾਜ ਤੋਂ ਮੰਗਣਾ, ਸਤਿਗੁਰ ਜੀ ਚਿੱਤ ਇਕਾਗਰ ਕਰਕੇ ਮਨ ਦੀ ਹਾਜ਼ਰੀ ਵੀ ਆਪ ਲਾ ਲਿਓ। ਇੱਕ ਵਾਰ ਦੋਵੇਂ ਹੱਥ ਜੋੜ ਕਰੋ ਅਰਦਾਸ, ਝੁਕਾਓ ਸੀਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੇ ਬਖਸ਼ੋ ਅਸੀਸ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਆਖੋ ਸਤਨਾਮ ਸ੍ਰੀ, ਗੱਜ ਕੇ ਕਹਿ ਦਿਆ ਕਰੋ ਸਤਨਾਮ ਸ੍ਰੀ। ਧੰਨ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਦੇ ਦਾਤੇ ਸਤਿਗੁਰੂ ਕਿਰਪਾ ਬਖਸ਼ਿਸ਼ ਕਰ ਰਹੇ ਹਨ ਕਿ ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਜਿਨ੍ਹਾਂ ਨੇ ਇਸ ਮਾਨਸ ਦੇਹੀ ਵਿੱਚ ਸਰੀਰ ਧਾਰਨ ਕੀਤਾ ਤੇ ਸਤਿਗੁਰ ਨੂੰ ਨਹੀਂ ਸਿਮਰਿਆ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਸ਼ਬਦ ਦੀ ਵਿਚਾਰ ਨਹੀਂ ਕੀਤੀ, ਤਾਂ ਉਹਨਾਂ ਬਾਰੇ ਸਤਿਗੁਰ ਜੀ ਕੁਝ ਕਹਿ ਰਹੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜੋ ਸ਼ਬਦ ਦੀ ਵਿਚਾਰ ਨਹੀਂ ਕਰਦੇ, ਸਤਿਗੁਰ ਨੂੰ ਨਹੀਂ ਸਿਮਰਦੇ, ਗੁਰੂ ਤੋਂ ਵਾਂਝੇ ਰਹਿ ਜਾਂਦੇ ਹਨ, ਉਹਨਾਂ ਵਾਸਤੇ ਆਪ ਜੀ ਦਾ ਕੀ ਹੁਕਮ ਹੈ? ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ। ਆਖੋ ਸਤਨਾਮ ਸ੍ਰੀ। ਮਹਾਰਾਜ ਜੀ ਕਹਿੰਦੇ ਉਹਨਾਂ ਵਾਸਤੇ ਹੁਕਮ ਇਹ ਹੈ, ਉਹਨਾਂ ਦਾ ਰਿਜ਼ਲਟ ਇਹ ਨਿਕਲਦਾ ਕਿ ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ। ਉਹ ਬੰਦਿਆਂ ਦੇ ਅੰਦਰ ਗੁਰੂ ਦਾ ਗਿਆਨ ਨਹੀਂ ਵਸਿਆ। ਦੁਨੀਆ ਦੀ ਨੌਲੇਜ ਬਹੁਤ ਜ਼ਿਆਦਾ ਆਈ, ਅਕੈਡਮਿਕ ਐਜੂਕੇਸ਼ਨ ਬਹੁਤ ਸੀ, ਸੰਸਾਰ ਦੇ ਪਦਾਰਥਾਂ ਦਾ ਗਿਆਨ ਸੀ, ਪਰ ਗੁਰੂ ਦੇ ਗਿਆਨ ਤੋਂ ਬਗੈਰ ਉਹ ਬੰਦੇ ਸੰਸਾਰ ਵਿੱਚ ਮਿਰਤਕ ਜੀਵਨ ਜੀ ਕੇ ਗਏ। ਭਾਵ ਉਹਨਾਂ ਦਾ ਜੀਵਨ ਸਾਰਥਕ ਨਹੀਂ ਹੋਇਆ, ਉਹ ਸੰਸਾਰ ਵਿੱਚ ਮੂਆਂ ਸਮਾਨ ਜੀ ਕੇ ਗਏ, ਕਿਉਂਕਿ ਗੁਰੂ ਦੇ ਗਿਆਨ ਤੋਂ ਵਾਂਝੇ ਰਹਿ ਕੇ ਉਹਨੇ ਜੀਵਨ ਵਸ਼ਰ ਕੀਤਾ। ਇਹਦੇ ਬਾਰੇ ਸਤਿਗੁਰ ਜੀ ਨੇ ਅਨੇਕਾਂ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਿੱਤੇ। ਇੱਕ ਤਾਂ ਸਤਿਗੁਰ ਜੀ ਕਹਿੰਦੇ ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਉੱਥੇ ਮਹਾਰਾਜ ਕਹਿੰਦੇ ਓਏ ਮਾਨਸ ਜੂਨ ਨਾ ਅੱਖੀਆਂ। ਅੱਜ ਤੇ ਮਹਾਰਾਜ ਕਹਿੰਦੇ ਉਹ ਮਿਰਤਕ ਹਨ, ਤੇ ਉੱਥੇ ਮਹਾਰਾਜ ਜੀ ਨੇ ਸ਼ਬਦ ਵਿੱਚ ਕਿਹਾ 12 ਦੇ ਵਧੀਕ ਕਹਿੰਦੇ ਓਏ ਮਾਨਸ ਜੂਨ ਨਾ ਅੱਖੀਆਂ। ਜਿਨੀ ਸਤਿਗੁਰ ਨੂੰ ਸਿਮਰਿਆ ਨਹੀਂ, ਗੁਰੂ ਦੇ ਸ਼ਬਦ ਦੀ ਵਿਚਾਰ ਜੀਵਨ ਵਿੱਚ ਨਹੀਂ ਆਈ, ਗੁਰੂ ਧਾਰਨ ਨਹੀਂ ਕੀਤਾ, ਉਹ ਬੰਦੇ ਮਾਨਸ ਅਖਵਾਉਣ ਦੇ ਹੱਕਦਾਰ ਨਹੀਂ। ਮਹਾਰਾਜ ਜੀ ਫਿਰ ਉਹ ਕੌਣ ਹਨ? ਤਾਂ ਸਾਹਿਬ ਕਹਿੰਦੇ ਓਏ ਮਾਨਸ ਜੂਨ ਨਾ ਆਖੀਆਂ, ਪਸ਼ੂ ਢੋਰ ਗਵਾਰ। ਉਹਨਾਂ ਦਾ ਜੀਵਨ ਢੋਰ ਗਵਾਰ ਪਸ਼ੂਆਂ ਦੀ ਤਰ੍ਹਾਂ ਬਤੀਤ ਹੋਇਆ। ਉਹ ਸਰੀਰ ਵਿੱਚ ਰਹੇ ਜ਼ਰੂਰ, ਪਰ ਗੁਰੂ ਤੇ ਰੱਬ ਦੀ ਨਜ਼ਰ ਵਿੱਚ ਉਹ ਪਸ਼ੂਆਂ ਦੇ ਸਮਾਨ ਜੀਵਨ ਜੀ ਕੇ। ਇੱਕ ਤਾਂ ਮਹਾਰਾਜ ਕਹਿੰਦੇ ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਲਾਗੋ ਭਾਓ।
ਜਮਦਰ ਵੱਧੇ ਮਾਰੀਐ। ਜਿਨ੍ਹਾਂ ਦਾ ਸ਼ਬਦ ਨਾਲ ਪ੍ਰੇਮ ਪੈਦਾ ਨਹੀਂ ਹੋਇਆ, ਸਤਿਗੁਰੂ ਨਹੀਂ ਸਿਮਰਿਆ, ਉਹ ਅੰਤ ਵੇਲੇ ਜਮਾਂ ਦੇ ਵਸ ਪਏ ਤੇ ਜਨਮ ਮਰਨ ਦਾ ਦੁੱਖ ਉਹਨਾਂ ਨੂੰ ਭੋਗਣਾ ਪਿਆ। ਹੁਣ ਧਿਆਨ ਨਾਲ ਸੁਣਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਾਰ-ਬਾਰ ਮਨੁੱਖ ਨੂੰ ਇਹ ਸਮੁੱਚੀ ਮਾਨਵਤਾ ਵਾਸਤੇ ਸਾਂਝਾ ਉਪਦੇਸ਼ ਹੈ। ਇਹ ਨਹੀਂ ਕਿ ਇਕੱਲੇ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸਮੁੱਚੀ ਦੁਨੀਆ ਵਾਸਤੇ, ਸਮੁੱਚੇ ਸੰਸਾਰ ਦੇ ਭਲੇ ਵਾਸਤੇ, ਸੰਸਾਰ ਦੀ ਤਪਸ਼ ਮਿਟਾਉਣ ਵਾਸਤੇ ਮਹਾਰਾਜ ਜੀ ਨੇ ਇਹ ਧੁਰ ਕੀ ਬਾਣੀ ਉਚਾਰਨ ਕੀਤੀ। ਔਰ ਸਾਹਿਬ ਦੀ ਬਾਣੀ ਨੇ ਕਿਹਾ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜੋ ਵੀ ਇਸ ਬਾਣੀ ਨਾਲ ਜੁੜਨਗੇ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਮਿਟਣਗੀਆਂ, ਔਰ ਕਿਸੇ 1 2 4 ਦੀਆਂ ਨਹੀਂ। ਮਹਾਰਾਜ ਜੀ ਕਹਿੰਦੇ, ਜੋ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਦੇ ਇਸ ਉਪਦੇਸ਼ ਨੂੰ ਸਮਝੇਗਾ, ਮੰਨਣ ਤੋਂ ਬਾਅਦ ਗੁਰੂ ਧਾਰਨ ਕਰ ਉਸ ਰਸਤੇ ਤੇ ਤੁਰੇਗਾ, ਇਹ ਬਾਣੀ ਹਰ ਇੱਕ ਨੂੰ ਸੁੱਖ ਦੇਗੀ। ਇੱਕ ਅੰਗਰੇਜ਼ ਫਿਲਾਸਫਰ ਹੋਈ ਮਿਸ ਜੀਨਾ ਕੌਲਰ, ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਟ੍ਰਾਂਸਲੇਟ 7 ਸਾਲਾਂ ਵਿੱਚ ਪੜ੍ਹਨ ਤੋਂ ਬਾਅਦ ਇੱਕ ਸਟੇਟਮੈਂਟ ਦਿੱਤੀ ਕਿ ਮੈਂ ਈਸਾਈ ਹਾਂ, ਪਰ ਦੁਨੀਆ ਦੇ ਲੋਕੋ ਇੱਕ ਗੱਲ ਮੈਂ ਕਹਿਣਾ ਚਾਹੁੰਦੀ, ਦੁਨੀਆ ਵਿੱਚ ਇੱਕੋ ਇੱਕ ਗ੍ਰੰਥ ਹੈ ਜਿਸ ਦਿਨ ਸੰਸਾਰ ਦੇ ਲੋਕਾਂ ਨੂੰ ਸਮਝ ਆਏਗੀ, ਦੁਨੀਆ ਇਮਾਨਦਾਰੀ ਨਾਲ ਫੈਸਲਾ ਕਰੇਗੀ, ਉਸ ਦਿਨ ਦੁਨੀਆ ਦੇ ਨਕਸ਼ੇ ਉੱਤੇ ਇੱਕੋ ਹੀ ਇੱਕ ਮਾਨਵਤਾ ਮਨੁੱਖਤਾ ਦੇ ਭਲੇ ਲਈ ਗੁਰੂ ਹੋਏਗਾ। ਉਹ ਗੁਰੂ ਹੋਏਗਾ ਧੰਨ ਗੁਰੂ ਗ੍ਰੰਥ ਸਾਹਿਬ। ਕੱਲੇ ਸਿੱਖਾਂ ਵਾਸਤੇ ਨਹੀਂ, ਸਿੱਖ ਅੱਜ ਦੀ ਤਰੀਕ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਰਹੇ ਨੇ, ਪਰ ਇੱਕ ਸਮਾਂ ਆਏਗਾ ਜਿੱਦਣ ਸਮੁੱਚਾ ਸੰਸਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨੇ। ਔਰ ਸਾਹਿਬ ਦੀ ਬਾਣੀ ਵਿੱਚ ਫਿਰ ਵਾਰ-ਵਾਰ ਮਨੁੱਖ ਨੂੰ ਮਾਨਵਤਾ ਵਾਸਤੇ ਉਪਦੇਸ਼ ਦਿੱਤਾ ਗਿਆ ਕਿ ਗੁਰੂ ਤੋਂ ਬਗੈਰ ਇਹ ਮਨੁੱਖ ਤੇਰਾ ਜੀਵਨ ਸਫਲ ਨਹੀਂ ਹੋ ਸਕੇ। ਤੇਰੇ ਜੀਵਨ ਵਿੱਚ ਗੁਰੂ ਦੀ ਅਵਸ਼ ਲੋੜ ਹੈ। ਗੁਰੂ ਤੋਂ ਬਗੈਰ ਤੇਰਾ ਜੀਵਨ ਸਫਲ ਨਹੀਂ ਹੋਣਾ, ਸਾਰਥਕ ਨਹੀਂ ਹੋਣਾ। ਔਰ ਗੁਰੂ ਤੋਂ ਬਗੈਰ ਤੈਨੂੰ ਸੰਸਾਰ ਵਿੱਚੋਂ ਗਿਆਨ ਕੋਈ ਵੀ ਨਹੀਂ ਦੇ ਸਕੇਗਾ, ਜਿਹੜਾ ਗਿਆਨ ਲੋਕ ਵਿੱਚ ਨਹੀਂ ਪਰ ਲੋਕ ਵਿੱਚ ਵੀ ਤੇਰੇ ਕੰਮ ਆ। ਉਹ ਗਿਆਨ ਗੁਰੂ ਤੋਂ ਬਗੈਰ ਤੈਨੂੰ ਨਹੀਂ ਮਿਲੇ। ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਤੁਸੀਂ ਪੜੋਗੇ, ਪੜਨ ਵਾਲੇ ਸੱਜਣ ਬੈਠੇ ਹੋ, ਤੇ 4 ਤਰ੍ਹਾਂ ਦੇ ਮੰਗਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ। ਹਰ ਮੰਗਲ ਦੇ ਅਖੀਰ ਵਿੱਚ ਤੁਸੀਂ ਸਤਿਗੁਰੂ ਸ਼ਬਦ ਪੜੋਗੇ, ਗੁਰੂ ਸ਼ਬਦ ਪੜੋਗੇ। ਸਤਿਗੁਰੂ ਸ਼ਬਦ ਗੁਰ ਪ੍ਰਸਾਦ, ਇਹ ਤੋਂ ਬਗੈਰ ਸਿੱਖ ਦੇ ਜੀਵਨ ਵਿੱਚ ਉਹ ਕਹਿਣ ਤੋਂ ਭਾਵ, ਲਿਖਣ ਤੋਂ ਭਾਵ ਹਜ਼ੂਰ ਦਾ ਇਹ ਸੀ ਕਿ ਸਿੱਖਾ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਰਿਹਾ ਹੈ। ਇਸ ਗੱਲ ਤੇ ਬਾਰ-ਬਾਰ ਹਜ਼ੂਰ ਨੇ ਤਾਂ ਜ਼ੋਰ ਦਿੱਤਾ ਤੈਨੂੰ ਸਮਝ ਆ ਜਾਏ ਕਿ ਗੁਰ ਪ੍ਰਸਾਦ ਤੋਂ ਬਗੈਰ ਤੇਰੀ ਜੀਵਨ ਮੁਕਤੀ ਨਹੀਂ, ਗੁਰ ਪ੍ਰਸਾਦ ਤੋਂ ਬਗੈਰ ਤੇਰਾ ਇਸ ਸੰਸਾਰ ਵਿੱਚ ਜੀਵਨ ਸਾਰਥਕ ਨਹੀਂ ਹੋ ਸਕਦਾ। ਪਹਿਲਾ ਮੰਗਲ ਜਦੋਂ ਤੁਸੀਂ ਪੜੋਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਅੰਗ ਤੇ ਮਿਲੇਗਾ, ਜਿਹਨੂੰ ਆਪਾਂ ਮੂਲ ਮੰਤਰ ਕਹਿੰਦੇ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਨੇਕਾਂ ਵਾਰ ਆਏਗਾ। ਜਦੋਂ ਰਾਗ ਦੀ ਪ੍ਰੰਪਤਾ ਹੋਏਗੀ, ਕਈਆਂ ਥਾਂ ਤੇ ਬਾਰ ਦੀ ਪ੍ਰਾਰੰਭਤਾ ਹੋਏਗੀ, ਉੱਥੇ ਵੀ ਇਹ ਮੂਲ ਮੰਤਰ ਦੇ ਰੂਪ ਵਿੱਚ ਆਏਗਾ। ਇੱਕ ਓੰਕਾਰ ਸਤਨਾਮ, ਗੱਲ ਇੱਕੋ ਓੰਕਾਰ ਤੋਂ ਸ਼ੁਰੂ ਹੋਈ ਤੇ ਮੁੱਕਣੀ ਕਿੱਥੇ ਆ ਗਈ? ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕੋ ਓੰਕਾਰ ਤੱਕ ਪਹੁੰਚਣਾ ਤੇ ਗੁਰ ਪ੍ਰਸਾਦ ਦੀ ਪ੍ਰਕਿਰਿਆ ਵਿੱਚੋਂ ਗੁਜ਼ਰ, ਫਿਰ ਤੂੰ ਇੱਕੋ ਓੰਕਾਰ ਨੂੰ ਮਿਲੇਗਾ। ਦੂਜਾ ਮੰਗਲ ਪੜੋਗੇ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਤੀਜਾ ਮੰਗਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਇਆ, ਇੱਕੋ ਓੰਕਾਰ ਸਤਨਾਮ ਗੁਰ ਪ੍ਰਸਾਦ। ਤੇ ਚੌਥਾ ਮੰਗਲ ਪੜੋਗੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ 4 ਮੰਗਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਾਹਿਬ ਦੇ ਕਹਿਣ ਦਾ ਭਾਵ ਸੀ, ਇੱਕ ਓੰਕਾਰ ਨੂੰ ਮਿਲਣਾ ਤੇਰੀ ਮੰਜ਼ਿਲ ਹੈ, ਪਰ ਗੁਰ ਪ੍ਰਸਾਦ ਤੇਰੇ ਜੀਵਨ ਦਾ ਉਹ ਰਸਤਾ ਹੈ ਜਿਹੜਾ ਇਹ ਜੀਵ ਤੈਨੂੰ ਮੰਜ਼ਿਲ ਤੱਕ ਲੈ ਕੇ ਜਾਏਗਾ। ਜਿਵੇਂ ਰਸਤੇ ਤੋਂ ਬਗੈਰ ਕੋਈ ਮੰਜ਼ਿਲ ਤੱਕ ਨਹੀਂ ਪਹੁੰਚਦਾ, ਇੰਜ ਗੁਰ ਪ੍ਰਸਾਦ ਤੋਂ ਬਗੈਰ ਤੇਰੀ ਆਤਮਾ ਦੀ ਯਾਤਰਾ ਪਰਮਾਤਮਾ ਤੱਕ ਨਹੀਂ ਹੋਏਗੀ। ਇੱਕੋ ਓੰਕਾਰ ਤੱਕ ਤੇਰੇ ਆਤਮ ਦੀ ਯਾਤਰਾ ਗੁਰ ਪ੍ਰਸਾਦ ਤੋਂ ਬਗੈਰ ਪੂਰੀ ਨਹੀਂ ਹੋਣੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਸਾ ਦੀ ਵਾਰ ਜਦੋਂ ਪ੍ਰਾਰੰਭ ਕੀਤੀ ਤੇ ਪਹਿਲਾ ਸ਼ਲੋਕ ਸਾਹਿਬ ਦਾ ਪੜਿਓ।
ਉੱਥੇ ਗੁਰੂ ਨਾਨਕ ਸਾਹਿਬ ਕਹਿਣਗੇ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਉੱਥੇ ਗੁਰੂ ਤੋਂ ਬਗੈਰ ਉਸ ਅਕਾਲ ਪੁਰਖ ਤੱਕ ਤੂੰ ਨਹੀਂ ਪਹੁੰਚ ਸਕੇਗਾ। ਬਲਿਹਾਰ ਆਪਣੇ ਸਤਿਗੁਰੂ ਤੋਂ, ਜਿਹੜਾ ਤੈਨੂੰ ਉਸ ਅਵਸਥਾ ਵਿੱਚ ਲਿਜਾਉਣ ਲਈ ਇੱਕ ਖਿੰਨ ਦੇਰੀ ਨਹੀਂ ਲਾਉਂਦਾ। ਤੈਨੂੰ ਇਸ ਸੰਸਾਰ ਵਿੱਚ ਮਨੁੱਖਾ ਦੇਹੀ ਵਿੱਚ ਤੈਨੂੰ ਦੇਵਤਿਆਂ ਵਿੱਚ ਤਬਦੀਲ ਕਰ ਦੇਗਾ। ਇਨਸਾਨ ਤੋਂ ਤੈਨੂੰ ਦੇਵ ਬਣਾ ਦੇਗਾ, ਇਨਸਾਨ ਤੋਂ ਤੈਨੂੰ ਨਿਰੰਕਾਰ ਬਣਾ ਦੇਗਾ। ਇਹ ਸਿਰਫ ਗੁਰੂ ਵਿੱਚ ਕਲਾ ਹੈ, ਗੁਰੂ ਤੋਂ ਬਗੈਰ ਨਹੀਂ। ਅਗਲਾ ਸ਼ਲੋਕ ਪੜਿਓ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ। ਉਹਨਾਂ ਕਿਹਾ ਸੰਸਾਰ ਦੇ ਲੋਕੋ, ਗਿਆਨ ਕਿਸੇ ਕੋਲ ਇੰਨਾ ਹੋਵੇ ਕਿ ਇੱਕ ਸੂਰਜ ਦੀ ਤਪਸ਼ ਦਾ ਗਿਆਨ ਨਹੀਂ, ਇੱਕ ਸੂਰਜ ਦੀ ਰੋਸ਼ਨੀ ਜਿੰਨਾ ਗਿਆਨ ਨਹੀਂ। ਇਹ ਇਨਸਾਨ ਤੇਰੇ ਜੀਵਨ ਵਿੱਚ ਗਿਆਨ ਦਾ ਭੰਡਾਰ ਇੰਨਾ ਹੋਵੇ ਕਿ ਹਜ਼ਾਰਾਂ ਸੂਰਜਾਂ ਦੀ ਜਿੰਨੀ ਰੋਸ਼ਨੀ ਹੈ, ਇੰਨਾ ਚਾਨਣ, ਇੰਨਾ ਗਿਆਨ ਤੇਰੇ ਜੀਵਨ ਵਿੱਚ ਹੋਵੇ। ਔਰ ਤੇਰੇ ਕੋਲ ਸੰਸਾਰ ਦਾ ਧਨ ਗਿਆਨ ਹਰ ਚੀਜ਼ ਇੰਨੀ ਹੋਵੇ ਕਿ ਜਿਵੇਂ 100 ਚੰਦਰਮਾ ਅਸਮਾਨ ਵਿੱਚ ਚਮਕਦਾ ਹੋਵੇ, ਜਿੰਨਾ ਚਾਨਣ 100 ਚੰਦਰਮੇ ਦਾ ਇੰਨਾ ਤੇਰੇ ਜੀਵਨ ਵਿੱਚ ਚਾਨਣ ਹੋਵੇ। ਪਰ ਯਾਦ ਰੱਖੀ, ਇਹ ਇਨਸਾਨ ਇੱਕ ਗੁਰੂ ਤੋਂ ਬਗੈਰ ਇੰਨਾ ਸਭ ਕੁਝ ਹੁੰਦਿਆਂ ਵੀ ਤੇਰਾ ਜੀਵਨ ਸਫਲ ਨਹੀਂ ਹੋਣਾ, ਸਭ ਕੁਝ ਵਿਅਰਥ ਚਲਾ ਜਾਏ। ਫਿਰ ਸਾਹਿਬ ਨੇ ਕਿਹਾ ਮਹੱਲਾ ਦੂਜਾ, ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਅੱਜ ਹਜ਼ੂਰ ਕਹਿੰਦੇ ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਮਹਾਰਾਜ ਉਹਨਾਂ ਦਾ ਨਤੀਜਾ ਕੀ ਨਿਕਲਿਆ? ਕਹਿਣਗੇ ਅੰਤਰ ਗਿਆਨ ਨ ਆਇਓ ਮਿਰਤਕ ਹੈ ਸੰਸਾਰ। ਉਹ ਦੁਨੀਆ ਵਿੱਚ ਮੂਆਂ ਅੱਗੇ ਪੌੜੀ ਪੜਿਓ ਜਿਹੜੀ ਆਸਾ ਦੀ ਵਾਰ ਵਿੱਚ ਪਹਿਲੀ ਪੌੜੀ ਆਏਗੀ। ਸਾਹਿਬ ਨੇ ਸ਼ਲੋਕ ਕਿਹਾ ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਉਹ ਤੋਂ ਬਾਅਦ ਕਹਿਣਗੇ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਰੱਬ ਨੇ ਆਪਣਾ ਆਪ ਸਤਿਗੁਰੂ ਦੇ ਵਿੱਚ ਰੱਖਿਆ, ਔਰ ਸਤਿਗੁਰੂ ਤੋਂ ਬਗੈਰ ਰੱਬ ਕਿਸੇ ਅੰਦਰ ਪ੍ਰਗਟ ਨਹੀਂ ਹੋਏਗਾ। ਜੋਤ ਸਾਰਿਆਂ ਵਿੱਚ ਹੈ ਪਰ ਗੁਰੂ ਤੋਂ ਬਗੈਰ ਪ੍ਰਗਟ ਨਹੀਂ ਹੋਏਗੀ। ਕਿਉਂ? ਕਿਉਂਕਿ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਰੱਬ ਨੇ ਆਪਣਾ ਆਪ ਗੁਰੂ ਵਿੱਚ ਰੱਖਿਆ। ਇਹ ਪ੍ਰਕਿਰਿਆ ਰੱਖੀ ਸਿੱਖਾ, ਤੂੰ ਗੁਰ ਪ੍ਰਸਾਦ ਵਿੱਚੋਂ ਗੁਜ਼ਰੇਗਾ, ਫਿਰ ਤੇਰੇ ਅੰਦਰ ਉਹ ਬੈਠੀ ਹੋਈ ਜੋਤ ਆਪਣੇ ਆਪ ਪ੍ਰਗਟ ਹੋਏਗੀ। ਗੁਰੂ ਤੋਂ ਬਗੈਰ ਤੈਨੂੰ ਪਰਮਾਤਮਾ ਨਾਲ ਕੋਈ ਨਹੀਂ ਮਿਲਾ ਸਕੇਗਾ। ਮਹਾਰਾਜ ਜਿਹੜੇ ਨਹੀਂ ਮਿਲੇ ਗੁਰੂ ਨੂੰ, ਕਹਿਣ ਲੱਗੇ ਉਹ 84 ਲੱਖ ਜੂਨਾਂ ਵਿੱਚ ਭਟਕਦੇ ਰਹੇ। 184 ਫੇਰ ਪਿਆ ਮਰ ਜੰਮੈ ਹੋਏ ਖੁਆਰ। ਉਹ ਬਾਰ-ਬਾਰ ਜਨਮ ਮਰਨ ਵਿੱਚ ਰਹੇ ਤੇ 84 ਲੱਖ ਦੇ ਗੇੜ ਵਿੱਚ ਫਸੇ ਰਹੇ। ਇੱਕ ਜੂਨ ਵਿੱਚੋਂ ਨਿਕਲੇ, ਦੂਜੀ ਜੂਨ ਵਿੱਚ ਚਲੇ ਗਏ। ਫਿਰ ਉਹ ਜੂਨ ਵੀ ਇੱਕ ਨਹੀਂ, ਖਿਆਲ ਕਰਿਓ। ਸਾਹਿਬ ਨੇ ਕਿਹਾ ਇੱਕ ਜੂਨ ਵਿੱਚ ਕਈ ਜਨਮ ਤੇਰੇ ਹੋਏ, ਇੱਕ ਜੂਨ ਵਿੱਚ ਕਈ ਕਿਸਮਾਂ ਤੋਂ ਧਾਰਨ ਕੀਤੀਆਂ। ਕਈ ਜਨਮ ਭਏ ਕੀਟ ਪਤੰਗਾ, ਕੀੜਿਆਂ ਪਤੰਗਿਆਂ ਦੀ ਜੂਨ ਭੋਗੀ। ਪਰ ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਇਸ ਤਰ੍ਹਾਂ ਤੇਰੇ ਕਈ ਜਨਮ ਇਸ ਸੰਸਾਰ ਦੇ ਵਿੱਚ 84 ਦੇ ਗੇੜ ਵਿੱਚ ਲੰਘ ਗਏ। ਤੂੰ ਜੂਨਾਂ ਬਦਲਦਾ ਰਿਹਾ, ਬਾਰ-ਬਾਰ ਜੰਮਦਾ ਰਿਹਾ, ਮਰਦਾ ਰਿਹਾ। ਕਿਉਂ? ਕਿਉਂਕਿ ਸਤਿਗੁਰੂ ਤੋਂ ਬਗੈਰ ਇਸ ਸੰਸਾਰ ਵਿੱਚ ਕੋਈ ਗੇੜ ਨਹੀਂ ਕੱਟ ਸਕੇਗਾ। ਤੂੰ ਗੁਰੂ ਵਾਲਾ ਨਹੀਂ ਬਣਿਆ, ਇਸ ਲਈ ਤੇਰਾ ਜਨਮ ਮਰਨ ਹੁੰਦਾ ਰਿਹਾ। ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋ। ਆਖੋ ਸਤਨਾਮ ਸ੍ਰੀ। ਹੁਣ ਪੁੱਛਿਆ ਮਹਾਰਾਜ ਕੋਈ ਸਤਿਗੁਰੂ ਵਾਲਾ ਆਪ ਬਣ ਸਕਦਾ? ਕੋਈ ਆਪਣੇ ਆਪ ਚਾਹਵੇ ਮੈਂ ਗੁਰੂ ਧਾਰਨ ਕਰ ਲਾਂ ਤੇ ਸੇਵਾ ਕਰ ਲਾਂ, ਮੇਰਾ ਜਨਮ ਮਰਨ ਕੱਟਿਆ ਜਾਏ, ਇਹ ਹੋ ਸਕਦਾ? ਤੇ ਸਾਹਿਬ ਨੇ ਕਿਹਾ ਨਹੀਂ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਤੋਂ ਬਗੈਰ ਕੁਝ ਵੀ ਨਹੀਂ ਹੁਣ ਹੈ। ਉਹ ਅਹੰਕਾਰੀ ਹੋ ਜਾਂਦੇ ਕਿ ਮੈਂ ਜਵਾਨ ਬਹੁਤ ਹਾਂ, ਤਾਕਤਵਰ ਪਹਿਲਵਾਨ ਬਹੁਤ ਹਾਂ, ਪੈਸੇ ਵਾਲਾ ਧਨਵਾਨ ਬਹੁਤ ਹਾਂ, ਗਿਆਨ ਦੇ ਪੱਖੋਂ ਗਿਆਨਵਾਨ ਬਹੁਤ ਹਾਂ।
ਤੇ ਮਹਾਰਾਜ ਜਿਨ੍ਹਾਂ ਵਿੱਚ ਗੁਣ ਨਹੀਂ, ਕਹਿਣ ਲੱਗੇ ਉਹਨਾਂ ਵਿੱਚ ਵੀ ਅਹੰਕਾਰ ਪੈਦਾ ਹੋ ਜਾਂਦਾ। ਤੇ ਉਹਨਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਪਤਾ ਕੀ ਕਿਹਾ? ਕਹਿੰਦੇ ਦੁਨੀਆ ਦੇ ਲੋਕੋ, ਸੰਸਾਰ ਵਿੱਚ ਕਿਸੇ ਨੇ ਗਧੇ ਵੇਖੇ ਹੋਣਗੇ 4 ਲੱਤਾਂ ਵਾਲੇ, ਉਹ ਤਾਂ ਗਧੇ ਦੀਆਂ 4 ਹੀ ਲੱਤਾਂ ਹੁੰਦੀਆਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ 2 ਲੱਤਾਂ ਵਾਲੇ ਵੀ ਗਧੇ। ਮਹਾਰਾਜ 2 ਲੱਤਾਂ ਵਾਲੇ ਗਧੇ ਕੌਣ? ਕਹਿੰਦੇ ਜਿਨ੍ਹਾਂ ਵਿੱਚ ਗੁਣ ਕੋਈ ਨਹੀਂ ਤਾਂ ਵੀ ਅਹੰਕਾਰ ਚੱਕੀ ਫਿਰਦੇ, ਉਹ 2 ਲੱਤਾਂ ਵਾਲੇ ਗਧੇ। ਜਿੱਥੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਨਾਨਕ ਤੇ ਨਾਰ ਅਸਲ ਖਰ, ਉਹ ਬੰਦੇ ਅਸਲ ਖਰ, ਮੀਨਿੰਗ ਅਸਲ ਗਧੇ ਆ। ਮਹਾਰਾਜ ਕੌਣ? ਕਹਿੰਦੇ ਜੇ ਬਿਨ ਗੁਣ ਗਰਭ ਕਰੰਤ, ਗੁਣ ਹੈ ਕੋਈ ਨਹੀਂ ਤੇ ਅਹੰਕਾਰ ਬਹੁਤ ਵੱਡਾ ਕਰੀ ਬੈਠੇ। ਅਸਲ ਰੱਬ ਦੀ ਨਜ਼ਰ ਵਿੱਚ, ਗੁਰੂ ਦੀ ਨਜ਼ਰ ਵਿੱਚ ਉਹ ਗਧੇ ਨੇ। ਜਿਨ੍ਹਾਂ ਨੂੰ ਗੁਣ ਦਿੱਤਾ ਉਹ ਤੇ ਅਹੰਕਾਰੀ ਹੁੰਦੇ ਹੀ ਹੁੰਦੇ ਨੇ, ਜਿਨ੍ਹਾਂ ਨੂੰ ਰੱਬ ਨਹੀਂ ਵੀ ਗੁਣ ਦਿੰਦਾ ਕਈ ਵਾਰ ਉਹ ਵੀ ਅਹੰਕਾਰੀ ਹੁੰਦੇ। ਤੇ ਮਹਾਰਾਜ ਜਨਮ ਤੇ ਮਰਨ ਦੇ 2 ਹੋਰ ਕਾਰਨ ਸਾਹਿਬ ਕਹਿੰਦੇ ਸਾਰਿਆਂ ਦੇ ਗਲ ਰੱਬ ਨੇ ਇੱਕ ਚੋਲਾ ਪਾਇਆ। ਪਤਾ ਕਾਹਦਾ? ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ। ਰੱਬ ਨੇ ਸਾਰਿਆਂ ਦੇ ਗਲ 'ਚ ਇੱਕ ਚੋਲਾ ਪਾਤਾ, ਕਾਮ ਤੇ ਕ੍ਰੋਧ। ਇੱਕ ਉਪਜੈ ਇੱਕ ਬਿਨਸ ਜਾਹੇ, ਹੁਕਮੇ ਆਵੇ ਜਾਏ। ਜਨਮ ਮਰਨ ਇਹਦੇ ਨਾਲ ਬਣਿਆ ਰਹਿੰਦਾ। ਇੱਕ ਚੀਜ਼ ਉਪਜਦੀ ਹੈ, ਇੱਕ ਬਿਨਸ ਜਾਂਦੀ। ਉਪਜ ਦਾ ਅਰਥ ਪੈਦਾ ਹੋਣਾ, ਬਿਨਸਣ ਦਾ ਮਤਲਬ ਨਾਸ਼ ਹੋਣਾ। ਕਾਮਨਾ ਪੈਦਾ ਹੁੰਦੀ ਹੈ ਤੇ ਉਦੋਂ ਕਾਮਨਾ ਦੇ ਅਧੀਨ ਬੰਦਾ ਜਦ ਤੁਰਦਾ ਰਹਿੰਦਾ, ਕਾਮਨਾ ਪੂਰੀ ਹੋ ਜਾਏ ਅਹੰਕਾਰੀ ਹੋ ਜਾਏਗਾ, ਨਹੀਂ ਪੂਰੀ ਹੋਈ ਤੇ ਕ੍ਰੋਧੀ ਹੋ ਜਾਏਗਾ। ਔਰ ਕਾਮਨਾ ਪੂਰੀ ਹੋਣ ਤੋਂ ਬਾਅਦ ਮਿਟਦੀ ਨਹੀਂ, ਹੋਰ ਕਾਮਨਾ ਪੈਦਾ ਹੋ ਜਾਏ। ਉਹ ਕਾਮਨਾ ਖਤਮ ਹੋਈ, ਹੋਰ ਪੈਦਾ ਹੋ ਜਾਏਗਾ। ਛੋਟੀ ਚੀਜ਼ ਮਿਲ ਗਈ, ਵੱਡੀ ਦੀ ਇੱਛਾ ਜਾਗ ਜਾਏਗੀ। ਉਹ ਮਿਲ ਗਈ, ਹੋਰ ਵੱਡੀ ਇੱਛਾ ਜਾਗ ਜਾਏਗੀ। ਇਹਨੂੰ ਸਾਹਿਬ ਨੇ ਕਿਹਾ ਸਹਸ ਖਟੇ ਲੱਖ ਕੋਠ ਧਾਵੇ, ਤ੍ਰਿਪਤ ਨ ਆਵੇ ਮਾਇਆ ਪਛੇ ਪਾਵੇ। ਬੰਦੇ ਦੀ ਕਾਮਨਾ ਨਹੀਂ ਮਿਟਦੀ। ਸਾਰੀ ਉਮਰ ਮਿਹਨਤ ਕਰ ਕਰਕੇ ਪਹਿਲਾਂ ਇੱਥੇ ਘਰ ਕੋਠੀਆਂ ਬਣਾਉਂਦਾ, ਫਿਰ ਬੱਚੇ ਜਵਾਨ ਹੋ ਜਾਂਦੇ। ਉਹ ਪੜ੍ਹ ਕੇ ਇੱਕ ਅੱਧਾ ਬੱਚਾ, 2 ਬੱਚੇ ਬਾਹਰ ਚਲੇ ਗਏ। ਫਿਰ ਇੰਨੀ ਮਿਹਨਤ ਨਾਲ ਸਾਰੀ ਉਮਰ ਵਿੱਚ ਵੱਡਾ ਘਰ ਬਣਾਇਆ, ਇੱਥੇ ਜਿੰਦੇ ਲਾ ਕੇ ਕਿਰਾਏਦਾਰ ਰੱਖ ਕੇ ਫਿਰ ਬਾਹਰ ਜਾਣਾ ਪਿਆ। ਜਿੱਥੇ ਬੱਚੇ ਫਿਰ ਉੱਥੇ ਰਹਿਣ ਦੀ ਇੱਛਾ, ਪਹਿਲਾਂ ਇੱਥੇ ਘਰ ਬਣਾਉਣ ਦੀ ਇੱਛਾ। ਨਾ ਫਿਰ ਉੱਧਰ ਸੁੱਖ ਰਹਿੰਦਾ, ਨਾ ਇੱਧਰ ਸੁੱਖ ਰਹਿੰਦਾ। ਦੁਨੀਆ ਸੁੱਖ ਭਾਲਦਿਆਂ ਮਰ ਜਾਂਦੀ ਹੈ। ਸਾਹਿਬ ਦੀ ਬਾਣੀ ਨੇ ਕਿਹਾ ਸੁੱਖ ਮਿਲਦਾ ਨਹੀਂ। ਮਹਾਰਾਜ ਕਿਉਂ ਨਹੀਂ ਮਿਲਦਾ? ਕਹਿਣ ਲੱਗੇ ਲੋਕ ਪਦਾਰਥਾਂ ਵਿੱਚੋਂ ਸੁੱਖ ਭਾਲਦੇ ਨੇ, ਅਸਲ ਵਿੱਚ ਪਰਮਾਤਮਾ ਦੇ ਨਾਮ ਵਿੱਚ ਸੁੱਖ ਸੀ। ਉੱਧਰ ਵੱਲ ਬੰਦਾ ਤੁਰਿਆ ਨਹੀਂ। ਇੱਛਾ ਜਾਗੀ ਇੱਥੇ ਘਰ ਵੱਡਾ ਬਣ ਜਾਏ। ਇੱਥੇ ਬਣਨ ਤੋਂ ਬਾਅਦ ਇੰਨੇ ਨੂੰ ਕੁਝ ਸਾਲਾਂ ਵਿੱਚ ਬੱਚੇ ਪੜ ਗਏ, ਬੱਚੇ ਬਾਹਰ ਸੈੱਟ ਹੋਏ। ਹੁਣ ਇੱਧਰ ਦੇ ਘਰ ਨੂੰ ਜਿੰਦਾ ਲਾ ਕੇ ਫਿਰ ਬਾਹਰ ਭੱਜਦਾ। ਨਾ ਇੱਧਰ ਸੁੱਖ ਨਾ ਬਾਹਰ ਸੁੱਖ। ਤੇ ਸਾਹਿਬ ਦੀ ਬਾਣੀ ਤੋਂ ਪੁੱਛੀਏ ਫਿਰ ਸੁੱਖ ਕਿੱਥੇ? ਇੱਕ ਬਚਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਕਹਿੰਦੇ ਸੁੱਖ ਨਾਹੀਂ ਬਹੁਤੇ ਧਨ ਖੱਟੇ। ਪੈਸਾ ਜਿੰਨਾ ਮਰਜ਼ੀ ਇਕੱਠਾ ਕਰ ਲੈ, ਸੁੱਖ ਨਹੀਂ ਮਿਲੇ। ਆਪਾਂ ਸੁਣਦੇ ਆਂ, ਪਰ ਜਦੋਂ ਕਮਾਉਣ ਵੱਲ ਦੇ ਪਾਸੇ ਤੁਰਦੇ ਉਦੋਂ ਬਹੁਤ ਔਖਾ ਲੱਗਦਾ ਹੈ ਕੰਮ। ਇਹਨੂੰ ਕਦੇ ਕਦੇ ਮਨ ਵਿੱਚ ਕਮਾਇਆ ਕਰੋ ਔਰ ਇੱਕ ਗੱਲ ਧਾਰਿਆ ਕਰੋ, ਪਾਤਸ਼ਾਹ ਜਬ ਕਸ ਨਾ ਸੀਓ ਤਬ ਕਿਆ ਕਰਤਾ। ਜਦੋਂ ਹੈ ਹੀ ਨਹੀਂ ਸੀ ਕੁਝ, ਰੈਂਟ ਕਿਰਾਏ ਤੇ ਰਹਿੰਦੇ ਸੀ, ਉਦੋਂ ਵੀ ਮਹਾਰਾਜ ਸੁਖੀ ਸੀ। ਹੁਣ ਤੇ ਤੁਸੀਂ ਆਪਣਾ ਕਰ ਦਿੱਤਾ, ਹੁਣ ਕਾਹਦੇ ਵਾਸਤੇ ਤੜਫਣਾ? ਅੱਗੇ ਮਸਾਂ ਘਰ ਦਾ ਖਰਚ ਚੱਲਦਾ ਸੀ, ਹੁਣ ਰੱਬ ਨੇ ਸਾਧਨ ਬਣਾ ਦਿੱਤਾ। ਤੁਹਾਡੇ ਖਰਚ ਆਉਣ ਤੋਂ ਪਹਿਲਾਂ ਰੱਬ ਕਮਾਈ ਦੇ ਦਿੰਦਾ। ਹੁਣ ਕਾਹਦੀ ਚਿੰਤਾ ਵਿੱਚ ਦੁਖੀ? ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰ। ਕਦੇ ਸਾਹਿਬ ਕਹਿੰਦੇ ਆਪਣੇ ਮਨ ਨੂੰ ਪਿਆਰ ਵਿੱਚ ਬਿਠਾ ਕੇ ਇਹਨੂੰ ਸਮਝਾਇਆ ਕਰ, ਮਨਾ ਕਦੇ ਸਮਾਂ ਸੀ ਚਿੱਤੇ ਕਰ ਤੂੰ ਕਿੱਥੋਂ ਸ਼ੁਰੂ ਹੋਇਆ ਤੇ ਤੇਰਾ ਮੂਲ ਕੀ ਸੀ, ਅੱਜ ਤੂੰ ਕੀ ਪਹੁੰਚ ਗਿਆ। ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਤੂੰ ਸੀ ਕੀ ਅੱਜ ਬਣ ਕੀ ਗਿਆ। ਕਦੇ ਸਾਈਕਲ ਤੇ 4 ਕੱਪੜਿਆਂ ਦੀ ਗੰਢ ਰੱਖ ਕੇ ਪਿੰਡ ਵੇਚਦਾ ਸੀ, ਅੱਜ ਰੱਬ ਨੇ ਸ਼ੋਰੂਮ ਦੁਕਾਨਾਂ ਦੇ ਦਿੱਤੀਆਂ। ਅੱਜ ਵੀ ਸੁੱਖ ਸ਼ਾਂਤੀ ਨਹੀਂ। ਆਪਣੇ ਮਨ ਨੂੰ ਟਿਕਾ ਓਏ ਮਨਾ, ਚਿੱਤ ਜੋੜ ਕੇ ਜਪ ਸਤਨਾਮ ਸ੍ਰੀ। ਫਿਰ ਸਭ ਕੁਝ ਉਸ ਨਾਮ ਵਿੱਚ ਸੁੱਖ ਹੈ। ਸੁੱਖ ਨਾਹੀਂ ਬਹੁਤੇ ਧਨ ਖੱਟੇ, ਸੁਖ ਨਾਹੀਂ ਭੇਖੈ ਨਿਰਦ ਨਟ, ਸੁਖ ਨਾਹੀਂ ਬਹੁ ਦੇਸ਼ ਕਮਾਏ।
ਸਰਬ ਸੁੱਖਾਂ ਹਰ ਹਰ ਗੁਣ ਗਾਏ। ਜਿੰਨੇ ਮਰਜੀ ਦੇਸ਼ਾਂ ਵਿੱਚ ਘੁੰਮ ਲਾ, ਸੁੱਖ ਇੱਕੋ ਥਾਂ ਤੇ ਮਿਲੇਗਾ, ਜਿੱਦਣ ਜਪਣ ਲੱਗ ਗਿਆ ਸਤਨਾਮ ਸ੍ਰੀ। ਇਸ ਲਈ ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾ ਚੋਲੜਾ, ਸਭ ਗਲ ਆਏ ਪਾਏ। ਇੱਕ ਉਪਜੈ ਇੱਕ ਬਿਨ ਸਜਾਏ, ਹੁਕਮੇ ਆਵੇ ਜਾਏ। ਮਹਾਰਾਜ ਜੀ ਤੋਂ ਛੁਟਕਾਰਾ ਕਿਵੇਂ ਮਿਲੇ ਫਿਰ? ਇਹ ਕਾਮ ਕ੍ਰੋਧ ਵਿੱਚ ਰਹਿੰਦਿਆਂ ਅਸੀਂ ਕ੍ਰੋਧੀ ਬਿਨਾ ਹੋਈਏ, ਕਾਮਨਾ ਹੋਵੇ ਪੂਰੀ ਹੋ ਜਾਏ ਤੇ ਅਹੰਕਾਰੀ ਨਾ ਹੋਈਏ, ਨਾ ਪੂਰੀ ਹੋਵੇ ਤੇ ਕ੍ਰੋਧ ਨਾ ਆਵੇ। ਤੇਰੇ ਤੇ ਵਿਸ਼ਵਾਸ ਵੱਧ ਜਾਏ ਨਿਰੰਕਾਰ ਜੀ, ਤੁਸੀਂ ਆਪ ਹੁਕਮ ਵਿੱਚ ਕਰ ਰਹੇ ਹੋ, ਨਹੀਂ ਮਿਲਿਆ ਤਾਂ ਵੀ ਸਾਡਾ ਭਲਾ ਹੈ, ਜੇ ਮਿਲ ਗਿਆ ਪਰਮੇਸ਼ਰ ਜੀ ਤਾਂ ਵੀ ਤੁਹਾਡੇ ਹੁਕਮ ਵਿੱਚ ਹੈ। ਕਦੇ ਖਿਆਲ ਕਰਿਓ ਸਾਡੀ ਮਰਜ਼ੀ ਦੇ ਮੁਤਾਬਕ ਨਾ ਮਿਲੇ ਤੇ ਰੱਬ ਦਾ ਸ਼ੁਕਰਾਨਾ ਕਰਿਓ। ਪਤਾ ਕਿਉਂ? ਇਹਦਾ ਮਤਲਬ ਰੱਬ ਤੇਰਾ ਭਲਾ ਚਾਹੁੰਦਾ। ਹੁਣ ਉਹ ਆਪਣੀ ਮਰਜ਼ੀ ਨਾਲ ਦੇਗਾ, ਤੇਰੀ ਮਰਜ਼ੀ ਨਾਲ ਮੰਗਿਆ ਜ਼ਿੰਦਗੀ 'ਚ ਦੁੱਖਦਾਈ ਹੋ ਸਕਦਾ ਸੀ, ਪਰ ਉਹਦੀ ਮਰਜ਼ੀ ਨਾਲ ਦਿੱਤਾ ਤੈਨੂੰ ਕਦੇ ਦੁੱਖ ਨਹੀਂ ਦੇਗਾ, ਉਹ ਤੈਨੂੰ ਸੁੱਖ ਦੇਗਾ। ਮਹਾਰਾਜ ਜੀ ਫਿਰ ਕਿਵੇਂ ਇਹ ਮਨ ਟਿਕੇ? ਕਹਿੰਦੇ ਸਤਿਗੁਰੂ ਤੋਂ ਬਗੈਰ ਇਹ ਗਿਆਨ ਨਹੀਂ ਆਉਣਾ। ਉੱਥੇ ਸਾਹਿਬ ਨੇ ਫਿਰ ਬਚਨ ਕਿਹਾ, ਕਹਿਣ ਲੱਗੇ ਜਿਨ੍ਹਾਂ ਉੱਤੇ ਨਦਰ ਹੋਈ, ਜਿਨ ਕੋ ਕਿਰਪਾ ਧਾਰੀਨ, ਤਿਨਾ ਸਤਿਗੁਰ ਮਿਲਿਆ ਆਏ। ਉਹਨਾਂ ਨੂੰ ਸਤਿਗੁਰੂ ਮਿਲਿਆ ਤੇ ਗੁਰੂ ਨੇ ਕੀ ਕੀਤਾ? ਸਾਹਿਬ ਕਹਿੰਦੇ ਗੁਰੂ ਨੇ ਉਹਨਾਂ ਦੇ ਬੰਧਨ ਕੱਟ ਦਿੱਤੇ। ਮਰ ਜੀਵੈ ਸਹਿਜ ਸੁਭਾਏ, ਗੁਰੂ ਨੇ ਬੰਧਨ ਕੱਟੇ। ਹੁਣ ਉਹਨਾਂ ਨੂੰ ਕਾਮਨਾਵਾਂ ਵੱਲੋਂ, ਕ੍ਰੋਧ ਵੱਲੋਂ ਮਾਰ ਦਿੱਤਾ ਤੇ ਸਹਿਜ ਸੁਭਾਅ ਵਾਲਾ ਜੀਵਨ ਦੇ ਦਿੱਤਾ। ਉਹ ਬੰਦੇ ਸੁਖੀ ਹੋ ਗਏ। ਪਰ ਇਹ ਕਿਹਨਾਂ ਦੇ ਭਾਗਾਂ ਵਿੱਚ? ਜਿਨ੍ਹਾਂ ਨੂੰ ਰੱਬ ਆਪ ਚਾਹੁੰਦਾ। ਅੱਜ ਸਾਹਿਬ ਕਹਿੰਦੇ ਆਪੇ ਕਰੇ ਕਰਾਏ ਸੋਏ। ਜੇ ਉਹ ਆਪ ਮਾਲਕ ਚਾਹੁੰਦਾ ਤਾਂ ਗੁਰੂ ਵਾਲੇ ਬਣ ਕੇ ਕੋਈ ਸ਼ਾਂਤ ਤੇ ਸੁਖੀ ਹੁੰਦੇ ਹਨ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ। ਕਰਮ ਦਾ ਅਰਥ ਹੁੰਦਾ ਬਖਸ਼ਿਸ਼। ਬਖਸ਼ਿਸ਼ ਦੇ ਨਾਲ, ਨਦਰ ਦੇ ਨਾਲ, ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਕੀ? ਨਾਮ ਦਾ ਖਜ਼ਾਨਾ। ਨਿਧਾਨ ਦਾ ਅਰਥ ਖਜ਼ਾਨਾ। ਸਤਿਗੁਰ ਵਿੱਚ ਇਹ ਖਜ਼ਾਨਾ ਹੈ, ਪਰ ਮਿਲਦਾ ਕਿਹਨਾਂ ਨੂੰ? ਸਤਿਗੁਰ ਜੀ ਦੀ ਬਖਸ਼ਿਸ਼ ਕਿਰਪਾ ਨਾਲ ਹੀ ਮਿਲਦਾ ਹੈ। ਸੱਚ ਰਤੇ ਗੁਰ ਸ਼ਬਦ ਸਿਓ, ਤਿਨ ਸੱਚੀ ਸਦਾ ਲਿਵ ਹੋਏ। ਫਿਰ ਗੁਰੂ ਖਜ਼ਾਨਾ ਕੀ ਦਿੰਦਾ ਹੈ? ਬਖਸ਼ਿਸ਼ ਕੀ ਹੈ? ਕਿ ਗੁਰੂ ਦੇ ਦਿੱਤੇ ਸੱਚੇ ਸ਼ਬਦ ਨਾਲ ਮਨ ਜੁੜਨ ਲੱਗ ਜਾਂਦਾ ਹੈ, ਸੱਚੀ ਲਿਵ ਟਿਕਣ ਲੱਗ ਜਾਂਦੀ ਹੈ, ਉਹਦੇ ਵਿੱਚੋਂ ਸਦਾ ਹੀ ਸੁੱਖ ਮਹਿਸੂਸ ਹੋਣ ਲੱਗ ਜਾਂਦਾ। ਇਹ ਮਨ ਤੜਫਣਾ ਛੱਡ ਦਿੰਦਾ ਹੈ ਕਿ ਸਭ ਕੁਝ ਉਹ ਕਰਤੇ ਪੁਰਖ ਦੇ ਹੁਕਮ ਵਿੱਚ ਹੈ, ਮਿਲ ਰਿਹਾ ਤੇ ਭਲਾ ਹੈ, ਨਹੀਂ ਇੱਛਾ ਪੂਰੀ ਹੋਈ ਤੇ ਉਸ ਤੋਂ ਵੀ ਵੱਡਾ ਭਲਾ ਕਿਉਂ? ਹੁਣ ਪਰਮਾਤਮਾ ਤੈਨੂੰ ਹੋਰ ਸੁੱਖ ਦੇਣੇ ਚਾਹੁੰਦਾ। ਜਦੋਂ ਉਹਦੇ ਉੱਤੇ ਵਿਸ਼ਵਾਸ ਵਿੱਚ ਟਿਕ ਜਾਓਗੇ, ਫਿਰ ਲਿਵ ਟਿਕਣ ਲੱਗ ਜਾਏਗੀ, ਸੁਰਤ ਸ਼ਬਦ ਵਿੱਚ ਟਿਕਣ ਲੱਗ ਜਾਂਦੀ। ਸ਼ਬਦ ਸੁਰਤ ਦਾ ਭਾਵ ਹੀ ਇਹ ਹੈ ਕਿ ਗੁਰੂ ਗੁਰੂ ਜਪਦਿਆਂ ਜਪਦਿਆਂ ਇਹ ਮਨ ਭਾਣੇ ਵਿੱਚ ਟਿਕ ਜਾਏ, ਫਿਰ ਸਾਰੀਆਂ ਚੀਜ਼ਾਂ ਭਲਾ ਲੱਗਣ ਲੱਗ ਜਾਂਦੀਆਂ। ਕੋਈ ਵੀ ਚੀਜ਼ ਦੁੱਖਦਾਈ ਨਹੀਂ ਲੱਗਦੀ, ਉਹਦਾ ਭਾਣਾ ਫਿਰ ਚੰਗਾ ਲੱਗਣ ਲੱਗ ਜਾਂਦਾ। ਇਹਨੂੰ ਹੀ ਸਾਹਿਬ ਕਹਿੰਦੇ ਸੱਚੀ ਲਿਵ ਸਦਾ ਟਿਕ ਜਾਂਦੀ ਹੈ। ਨਾਨਕ ਜਿਸਨੂੰ ਮਿਲੇ ਨਾ ਵਿਛੋੜੇ, ਸਹਿਜ ਸਮਾਵੈ ਸੋਇ। ਉਹ ਬੰਦਾ ਫਿਰ ਸਹਿਜ ਵਿੱਚ ਸਮਾ ਜਾਂਦਾ ਹੈ ਤੇ ਜਿਹਨੂੰ ਗੁਰੂ ਇੱਕ ਵਾਰ ਮੇਲ ਦਿੰਦਾ ਹੈ ਉਹ ਦੁਬਾਰਾ ਵਿਛੜਦਾ ਨਹੀਂ। ਭਾਵ ਜਿਹਦੇ ਸਤਿਗੁਰ ਜੀ ਅੰਦਰਲਾ ਮਨ ਹਿਰਦਾ ਟਿਕਾ ਦਿੰਦੇ ਨੇ, ਉਹਦੇ ਅੰਦਰ ਦੁਬਾਰਾ ਤੜਫਣਾ ਪੈਦਾ ਨਹੀਂ ਕਿ ਮੇਰੇ ਨਾਲ ਇਹ ਸਭ ਕੁਝ ਕਿਉਂ ਹੋਇਆ, ਮੇਰੇ ਨਾਲ ਇਹ ਭਾਣਾ ਸਭ ਕੁਝ ਕਿਉਂ ਵਾਪਰਿਆ। ਉਹ ਆਪਣੇ ਕੀਤੇ ਕਰਮਾਂ ਤੇ ਆਸੰਤੁਸ਼ਟ ਰਹਿੰਦਾ ਕਿ ਮੇਰੇ ਕੋਲੋਂ ਇਹ ਕਰਮ ਚੰਗੇ ਨਹੀਂ ਹੋਏ, ਮੇਰੇ ਕਰਮਾਂ ਕਰਕੇ ਮੈਨੂੰ ਮਿਲ ਰਿਹਾ। ਰੱਬ ਨੂੰ ਕਦੇ ਅਸੰਤੁਸ਼ਟੀ ਦਾ ਦੋਸ਼ ਨਹੀਂ ਦਿੰਦਾ ਕਿ ਮੈਂ ਤੇ ਆ ਕੁਝ ਕੀਤਾ, ਰੱਬਾ ਤੂੰ ਮੇਰੇ ਨਾਲ ਕੀ ਕੀਤਾ, ਇਸ ਤਰ੍ਹਾਂ ਨਹੀਂ ਕਹੇ। ਉਹ ਆਪਣੇ ਕਰਮਾਂ ਨੂੰ ਚਿੱਤੇ ਕਰਕੇ ਟਿਕ ਜਾਂਦਾ ਹੈ ਕਿ ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣੇ। ਜੇ ਦੁੱਖ ਆਇਆ ਹੈ ਤੇ ਮੇਰੇ ਕਰਮਾਂ ਦਾ ਹੋਣਾ, ਮੇਰੇ ਤੋਂ ਕੁਝ ਕਰਮ ਹੋਏ ਹੋਣਗੇ। ਜੇ ਮੈਨੂੰ ਇਹ ਚੀਜ਼ ਪ੍ਰਾਪਤ ਨਹੀਂ ਹੋਈ ਤੇ ਮੇਰੇ ਕਰਮ ਇਸ ਤਰ੍ਹਾਂ ਨੇ। ਉਹ ਕਰਮ ਅੰਦਰ ਸ਼ਾਂਤੀ, ਸੁੱਖ, ਸਹਿਜ ਤੇ ਟਿਕਾਓ ਪੈਦਾ ਕਰਦੇ ਨੇ। ਇਹਨੂੰ ਹੀ ਗੁਰੂ ਦੇ ਸ਼ਬਦ ਦੀ ਲਿਵ ਕਹਿੰਦੇ ਹਨ। ਮਹਿਲਾ ਤੀਜਾ ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਹੁਣ ਸਾਹਿਬ ਕਹਿੰਦੇ ਭਗਤੀ ਦੇ ਰਸਤੇ ਤੇ ਤੁਰਨ ਵਾਲੇ ਭਗਉਤੀਆਂ ਦਾ ਇੱਕ ਫਿਰਕਾ ਆ। ਜਿਵੇਂ ਜੰਗਮ, ਸਰੇਵੜੇ,
ਜੋਗੀਆਂ ਦੇ ਨੇਕਾਂ ਫਿਰਕੇ ਨੇ, ਏਦਾਂ ਇੱਕ ਭਗੌਤੀਆਂ ਦਾ ਫਿਰਕਾ। ਉਹ ਭਗਤੀ ਕਰਨ ਵਾਲੇ ਆਪਣੇ ਆਪ ਨੂੰ ਭਗੌਤੀ ਅਖਵਾਉਂਦੇ। ਮਹਾਰਾਜ ਕਹਿੰਦੇ ਭਗੌਤੀ ਉਹ ਆ ਜਿਹੜਾ ਭਗਵੰਤ ਨੂੰ ਜਾਣ ਲਵੇ, ਰੱਬ ਨੂੰ ਜਾਣ ਲਵੇ। ਤੇ ਰੱਬ ਨੂੰ ਜਾਣਨ ਵਾਸਤੇ ਕਿਵੇਂ ਜਾਣੇਗਾ? ਗੁਰ ਪ੍ਰਸਾਦੀ ਆਪ ਪਛਾਣੈ। ਫਿਰ ਉਹ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਪਹਿਲਾਂ ਆਪਣਾ ਆਪ ਪਛਾਣਦਾ, ਫਿਰ ਉਹਨੂੰ ਰੱਬ ਦੀ ਪਛਾਣ ਹੁੰਦੀ। ਜਦੋਂ ਆਪਣੀ ਆਪ ਪਛਾਣ ਹੋਈ, ਰੱਬ ਦੀ ਪਛਾਣ ਹੋਈ, ਫਿਰ ਸਾਰਿਆਂ ਵਿੱਚੋਂ ਦਿਸਦਾ। ਫਿਰ ਉਹਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ, ਤੁਸੀਂ ਹੈਰਾਨ ਹੋਵੋਗੇ। ਇੱਕੋ ਹੀ ਕੇਂਦਰ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਪੜਿਓ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਗਤ ਨਾਮਦੇਵ ਸਾਹਿਬ ਦੀ ਸਮੁੱਚੀ ਬਾਣੀ ਪੜਿਓ। ਇੱਕੋ ਹੀ ਕੇਂਦਰ ਤੋਂ ਪ੍ਰਸਾਰਣ ਹੋ ਰਿਹਾ, ਇੱਕੋ ਹੀ ਕੇਂਦਰ ਤੋਂ ਉਚਾਰਨ ਕੀਤੀ ਜਾ ਰਹੀ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਭਗਤ ਨਾਮਦੇਵ ਸਾਹਿਬ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਪੜੋਗੇ ਤੁਸੀਂ ਹੈਰਾਨ ਹੋ ਜਾਓਗੇ। ਮਹਾਰਾਜ ਕਹਿੰਦੇ ਉਹ ਸੂਰਜ ਵਿੱਚ ਵੀ ਹੈ, ਚੰਦਰਮੇ ਵਿੱਚ ਵੀ ਹੈ, ਔਰ ਉਹਨੂੰ ਵਿਚਾਰਾਂਗੇ ਜ਼ਰੂਰ। ਸਬਜੈਕਟ ਸਾਹਿਬ ਨੇ ਕਿਹਾ ਹਰ ਥਾਂ ਤੇ ਨਮਸਕਾਰ ਕਰ, ਉਹਨੂੰ ਹਰ ਥਾਂ ਤੋਂ ਚੇਤੇ ਕਰ। ਇਹਦਾ ਭਾਵ ਇਹ ਨਾ ਲੈਣਾ ਕਿ ਸੂਰਜ ਨੂੰ ਮੱਥੇ ਟੇਕੀ ਜਾਓ, ਇਹਦਾ ਭਾਵ ਇਹ ਨਾ ਲੈਣਾ ਕਿ ਤੁਸੀਂ ਕਿਸੇ ਹੋਰ ਵ੍ਰਿਸ਼ ਦੀ ਪੂਜਾ ਕਰਨ ਲੱਗ ਜਾਓ। ਨਹੀਂ, ਸਾਹਿਬ ਨੇ ਕਿਹਾ ਹਰ ਇੱਕ ਵਿੱਚੋਂ ਸਮਾਇਆ ਹੋਇਆ ਹੈ। ਬਸ ਤੇਰੇ ਵੇਖਣ ਦਾ ਨਜ਼ਰੀਆ ਬਦਲ ਜਾਏ, ਜਿੱਧਰ ਅੱਖ ਭਰ ਕੇ ਵੇਖੇਗਾ ਉਧਰੋਂ ਹੀ ਉਹ ਨਜ਼ਰ ਆਏਗਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਚਸ਼ਮਗਰ ਬੀਨਾ ਦਦਰ, ਆ ਤੇਰੀਆਂ ਅੱਖਾਂ ਚਸ਼ਮ, ਭਾਵ ਤੇਰੀਆਂ ਅੱਖਾਂ ਸਿਆਣੀਆਂ ਹੋ ਜਾਣ। ਹਰ ਤਰਫ ਦੀਦਾਰ ਹਸਤ, ਜਿੱਧਰ ਦੇਖੇਗਾ ਰੱਬ ਦੇ ਦੀਦਾਰ ਹੋਣਗੇ। ਅੱਜ ਧੰਨ ਸਤਿਗੁਰੂ ਜੀ ਬਚਨ ਕਹਿੰਦੇ ਗੁਰੂ ਅਮਰਦਾਸ ਮਹਾਰਾਜ, ਭਗਉਤੀ ਉਹ ਹੈ ਜੋ ਭਗਵੰਤ ਨੂੰ ਜਾਣਦਾ। ਭਗਵੰਤ ਨੂੰ ਉਹ ਜਾਣਦਾ ਜਿਹੜਾ ਆਪਣੇ ਆਪ ਨੂੰ ਪਛਾਣਦਾ, ਆਪਣੇ ਆਪ ਨੂੰ ਉਹ ਪਛਾਣਦਾ ਜਿਹੜਾ ਗੁਰਪ੍ਰਸਾਦ ਦਾ ਪਾਤਰ ਹੋ ਜਾਏ। ਗੁਰਪ੍ਰਸਾਦੀ ਆਪ ਪਛਾਣੈ। ਫਿਰ ਗੱਲ ਉੱਥੇ ਆਈ ਕਿ ਗੁਰੂ ਵਾਲਾ ਤੈਨੂੰ ਬਣਨਾ ਹੀ ਪਵੇਗਾ। ਧਾਵਤ ਰਾਖੈ ਇਕਤ ਘਰ ਆਣੈ, ਜੀਵਤ ਮਰੈ ਹਰ ਨਾਮ ਵਖਾਣੈ। ਗੁਰਪ੍ਰਸਾਦ ਕੀ ਕਲਾ ਲਿਆਉਂਦਾ ਹੈ? ਧਾਵਤ ਰੱਖ ਹੈ, ਭਜਦੇ ਹੋਏ ਮਨ ਨੂੰ ਟਿਕਾ ਦਿੰਦਾ ਹੈ ਇੱਕ ਜਗ੍ਹਾ ਤੇ। ਇਹ ਗੁਰਪ੍ਰਸਾਦ ਹੈ। ਜੀਵਤ ਮਰੈ ਹਰ ਨਾਮ ਪਛਾਣੈ। ਉਹ ਸੰਸਾਰ ਦੇ ਵੱਲੋਂ ਜਿਉਂਦਿਆਂ ਜੀ ਮਰ ਜਾਂਦਾ, ਆਪਣੇ ਆਪ ਦੀ ਪਛਾਣ ਕਰ ਲੈਂਦਾ। ਇਹ ਗੁਰੂ ਤੋਂ ਬਗੈਰ ਕੋਈ ਕਰਾ ਨਹੀਂ ਸਕੇਗਾ। ਅੱਜ ਦੀ ਪ੍ਰਕਿਰਿਆ ਹੈ, ਜਿਹਨੇ ਗੁਰੂ ਵਾਲਾ ਬਣਨਾ ਉਹਨੂੰ ਅੰਮ੍ਰਿਤ ਪੰਜਾਂ ਪਿਆਰਿਆਂ ਕੋਲੋਂ ਛਕਣਾ ਹੀ ਪਏਗਾ। ਕੋਈ ਇਹਨੂੰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿਣਗੇ ਭਗਉਤੀ ਭਗਵੰਤ ਭਗਤ ਕਾ ਰੰਗ। ਮਹਾਰਾਜ ਕੌਣ ਹੈ ਭਗਉਤੀ? ਕਹਿੰਦੇ ਸਗਲ ਤਿਆਗੈ ਦੁਸ਼ਟ ਕਾ ਸੰਗ। ਉਹ ਦੁਸ਼ਟਾਂ ਦਾ ਸੰਗ, ਵਿਕਾਰਾਂ ਦਾ ਸੰਗ ਤਿਆਗਦਾ, ਉਹ ਭਗਉਤੀ ਪ੍ਰਵਾਨ ਹੈ। ਮਹਿਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ, ਪਾਖੰਡ ਪਰ ਬ੍ਰਹਮ ਕਦੇ ਨਾ ਪਾਏ। ਅੰਦਰ ਕਪਟ ਹੋਵੇ ਤੇ ਬਾਹਰੋਂ ਭਗਤ ਅਖਵਾਵੇ। ਮਹਾਰਾਜ ਕਹਿੰਦੇ ਪਖੰਡ ਨਾਲ ਦੁਨੀਆ ਨੂੰ ਰਜਾ ਸਕਦਾ, ਪਰ ਪਾਰ ਬ੍ਰਹਮ ਕਦੇ ਨਾ ਪਾਏ। ਪਖੰਡ ਨਾਲ ਪਾਰ ਬ੍ਰਹਮ ਨਹੀਂ ਪਾਇਆ ਜਾ ਸਕਦਾ। ਅੱਜ ਪਖੰਡ ਬਹੁਤ ਪਸਰਿਆ, ਔਰ ਮਾਫ ਕਰਿਓ ਸਭ ਤੋਂ ਜ਼ਿਆਦਾ ਗੋਰਖ ਧੰਦੇ ਤੇ ਲੁੱਟ ਖਸੁੱਟ ਰੱਬ ਦੇ ਨਾਮ ਤੇ ਹੋ ਰਹੇ। ਲੋਕ ਭੇਖ ਪਾ ਲੈਂਦੇ ਨੇ, ਪਖੰਡ ਰਚ ਲੈਂਦੇ ਨੇ। ਕੋਈ ਕਿਸੇ ਨੂੰ ਵੱਡਾ ਬਾਬਾ ਕਹਿ ਰਿਹਾ, ਕੋਈ ਛੋਟਾ ਕਹਿ ਰਿਹਾ। ਹੁਣ ਤੇ ਮਾਫ ਕਰਿਓ ਬਾਬਿਆਂ ਦੀ ਤੇ ਚਲਦੀ ਚਲਦੀ ਆ ਮਤਾਵਾਂ ਦੀ ਬੜੀ ਚੱਲ ਪਈ। ਕੋਈ ਗੁਰੂ ਮਾਂ, ਕੋਈ ਰਾਧੇ ਮਾਂ, ਕੋਈ ਦੂਜੀ ਮਾਂ, ਕੋਈ ਤੀਜੀ ਮਾਂ। ਲੋਕ ਉਹਦੇ ਦੁਆਲੇ ਹੋ ਗਏ। ਕਹਿਣ ਤੋਂ ਭਾਵ ਕੀ ਆ ਕਿ ਸੰਸਾਰ ਲੁੱਟਿਆ ਜਾ ਰਿਹਾ ਹੈ। ਸਾਹਿਬ ਕਹਿੰਦੇ ਪਖੰਡ ਨਾਲ ਦੁਨੀਆ ਖੁਸ਼ ਹੋ ਸਕਦੀ ਹੈ, ਪਰ ਪਖੰਡ ਨਾਲ ਪਰਮਾਤਮਾ ਨਹੀਂ ਪਾਇਆ ਜਾ ਸਕਦਾ। ਇਹ ਜਿਹੜੇ ਪਖੰਡ ਨੇ, ਇਹ ਕਪਟ ਜਿਹੜੇ ਨੇ, ਇਹ ਕਪਟ ਤੇ ਪਖੰਡ ਤੈਨੂੰ ਰੱਬ ਤੋਂ ਦੂਰ ਰੱਖਣਗੇ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਹੁਰ ਮਲ ਧੋਵੈ ਮਨ ਕੀ ਝੂਠ ਨ ਜਾਏ। ਹੁਣ ਪਖੰਡੀ ਦੀ ਨਿਸ਼ਾਨੀ ਦੱਸ ਦਿੱਤੀ ਮਹਾਰਾਜ। ਜੇ ਕਿਸੇ ਨੇ ਪਛਾਨਣਾ ਹੋਵੇ ਕਿ ਅਸਲੀਅਤ ਹੈ ਕਿ ਪਖੰਡ ਹੈ, ਤਾਂ ਸਾਹਿਬ ਕਹਿੰਦੇ ਪਰ ਨਿੰਦਾ ਕਰੇ ਅੰਤਰ ਮਲ ਲਾਏ। ਅੰਦਰੋਂ ਮੈਲਾ ਹੋਣਾ, ਉਹਨੇ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਦੀ ਨਿੰਦਿਆ ਕਰ ਹੀ ਦੇਣੀ। ਸਮਝ ਲਿਓ ਪਖੰਡੀ ਉਹ ਦੂਜੇ ਦੀ ਨਿੰਦਿਆ ਕਰੇਗਾ। ਜਿਹੜਾ ਕਿਸੇ ਦੂਜੇ ਨੂੰ ਭੰਡ ਰਿਹਾ
ਇਹਦਾ ਮਤਲਬ ਸਮਝ ਲੈਣਾ ਇਹ ਲੁੱਟ ਰਿਹਾ ਹੈ। ਇੱਕ ਦੁਕਾਨਦਾਰ ਦੂਜੇ ਦੇ ਕੱਪੜੇ ਦੀ ਸਿਫਤ ਨਹੀਂ ਕਰੇਗਾ, ਉਹ ਕਹਿੰਦਾ ਜੀ ਹੋਏਗਾ ਇਧਰੋਂ ਲੈ ਕੇ ਵੇਖੋ ਉਹਦਾ ਤਾਂ ਫਲਾਨਾ। ਜਿਹੜਾ ਦੂਜੇ ਦੀ ਨਿੰਦਿਆ ਕਰ ਰਿਹਾ ਹੈ ਸਮਝੋ ਉਹਦੇ ਅੰਦਰ ਕਪਟ ਹੈ, ਉਹ ਪਖੰਡੀ ਹੈ। ਤੇ ਮਹਾਰਾਜ ਕਹਿੰਦੇ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ। ਬਾਹਰੋਂ ਸੋਹਣੇ ਲੱਗਣਗੇ ਪਰ ਅੰਦਰੋਂ ਉਹਨਾਂ ਦੀ ਝੂਠ ਨਹੀਂ ਉਤਰੇਗੀ, ਅਨੇਕਾਂ ਤਰ੍ਹਾਂ ਦੀ ਝੂਠ ਅੰਦਰ ਵਸੀ ਰਹੇਗੀ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਪਖੰਡ ਸੰਸਾਰ ਨੂੰ ਉਲਝਾ ਲੈਂਦਾ ਪਰ ਪਰਮਾਤਮਾ ਨੂੰ ਨਹੀਂ ਪਾ ਸਕਦਾ। ਸਤ ਸੰਗਤ ਸਿਉ ਬਾਦ ਰਚਾਏ। ਫਿਰ ਉਹਨਾਂ ਦਾ ਇੱਕ ਦਿਨ ਝਗੜਾ ਸਤ ਸੰਗਤ ਨਾਲ ਪੈਂਦਾ, ਭਾਵ ਸੱਚੇ ਬੰਦਿਆਂ ਨਾਲ ਉਹਨਾਂ ਦਾ ਇੱਕ ਦਿਨ ਝਗੜਾ ਪੈ ਜਾਂਦਾ। ਪਖੰਡ ਦਾ ਇੱਕ ਨਾਲ ਸੱਚ ਨਾਲ ਝਗੜਾ ਪੈਣਾ, ਉਹ ਦੁਨੀਆ ਦੇ ਸਾਹਮਣੇ ਨਸ਼ਰ ਹੋਣਾ। ਫਿਰ ਉਹ ਪਖੰਡ ਜਿਹੜਾ ਸੱਚ ਨਾਲ ਵੈਰ ਕਰੇਗਾ, ਵਿਰੋਧ ਕਰੇਗਾ। ਨਿਤ ਅਖਬਾਰਾਂ ਟੈਲੀਵਿਜ਼ਨ ਤੇ ਜੋ ਤੁਸੀਂ ਵੇਖਦੇ ਹੋ ਇਹ ਸੱਚ ਨਾਲ ਪਖੰਡ ਦਾ ਵੈਰ ਬਾਦ ਬਾਹਰ ਨਿਕਲਦਾ। ਔਰ ਖਿਆਲ ਕਰਿਓ ਇਹ ਬਾਦ ਹੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਸੱਚ ਨਾਲ ਉਹ ਬਾਦ ਝਗੜਾ ਕਰਨ ਵਾਲੇ ਪਖੰਡੀ ਤੇ ਕੱਲ ਕਿਹਦੀ ਜ਼ਿਆਦਾ ਚੜਾਈ ਹੈ, ਕੌਣ ਅੱਗੇ ਜਾ ਰਿਹਾ, ਮੇਰੀ ਕਿਵੇਂ ਪ੍ਰਤਿਸ਼ਠਾ ਹੋਏਗੀ, ਮੇਰੇ ਡੇਰੇ ਦਾ ਕੀ ਹਾਲ ਹੈ, ਦੂਜੇ ਦਾ ਡੇਰਾ ਕਿਵੇਂ ਚੱਲ ਰਿਹਾ। ਇਸ ਤਰੀਕੇ ਨਾਲ ਉਹ ਸੰਸਾਰ ਵਿੱਚ ਕਰਮ ਕਰਦੇ ਰਹਿੰਦੇ, ਰੱਬ ਦਾ ਨਾਮ ਚਿੱਤੇ ਨਹੀਂ ਕਰਦੇ। ਆਪਣੀ ਪ੍ਰਤਿਸ਼ਠਾ ਆਪਣੀ ਸ਼ੋਭਾ ਵਾਸਤੇ ਝੂਠੇ ਕਰਮ ਹੀ ਕਮਾਉਂਦੇ ਰਹਿੰਦੇ ਹਨ। ਪੂਰਬ ਲਿਖਿਆ ਸੋ ਮੇਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇਵੇ ਮੋਖ ਨ ਪਾਏ। ਆਖੋ ਸਤਨਾਮ ਸ੍ਰੀ। ਮਹਾਰਾਜ ਨੇ ਸਾਡੇ ਵਾਸਤੇ ਕਿੰਨਾ ਸੋਹਣਾ ਉਪਦੇਸ਼ ਦਿੱਤਾ। ਕਹਿੰਦੇ ਵੀ ਤੈਨੂੰ ਨਿਸ਼ਾਨੀ ਵੀ ਦੱਸ ਦਿੱਤੀ ਪਖੰਡ ਦੀ, ਪਖੰਡੀਆਂ ਦੀ ਗੱਲ ਵੀ ਕਪਟੀਆਂ ਦੀ ਕਰਤੀ, ਪਰ ਤੂੰ ਪਤਾ ਕਿੱਥੇ ਰਹਿਣਾ। ਮਹਾਰਾਜ ਜੀ ਕਿੱਥੇ ਰਹਿਣਾ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੂੰ ਇਹ ਯਾਦ ਰੱਖਣਾ ਕਿ ਪੂਰਵ ਲਿਖਿਆ ਸੋ ਮਿਟਣਾ ਨਾ ਜਾਏ। ਤੂੰ ਕਿਸੇ ਦੀ ਨਿੰਦਿਆ ਨਹੀਂ ਕਰਨੀ, ਤੂੰ ਕਿਸੇ ਨਾਲ ਬਾਦ ਵਿਵਾਦ ਚ ਨਹੀਂ ਪੈਣਾ, ਤੂੰ ਆਪਣਾ ਸਮਾਂ ਬਾਦ ਵਿਵਾਦ ਝਗੜੇ ਚ ਖਰਾਬ ਨਹੀਂ ਕਰਨਾ। ਤੂੰ ਇਹ ਯਾਦ ਰੱਖਣਾ ਇਹ ਸਭ ਕੁਝ ਰੱਬ ਦੇ ਹੁਕਮ ਵਿੱਚ ਲਿਖਿਆ ਹੋਇਆ ਹੈ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ। ਤੂੰ ਯਾਦ ਰੱਖਣਾ ਕਿ ਗੁਰੂ ਨੂੰ ਸਿਮਰਨ ਤੋਂ ਬਗੈਰ ਮੋਖ ਪਦਵੀ ਨਹੀਂ ਮਿਲਣੀ। ਜਿਹੜੀ ਮੈਂ ਦੂਜੇ ਦੀ ਨਿੰਦਿਆ ਵੇ ਸਮਾਂ ਬਰਬਾਦ ਕਰਨਾ, ਦੂਜੇ ਨਾਲ ਝਗੜੇ ਕਲੇਸ਼ ਵੇ ਸਮਾਂ ਲਗਾਉਣਾ, ਉਹ ਵਾਹਿਗੁਰੂ ਜੀ ਦਾ ਨਾਮ ਜਪਾਂ, ਕਿਉਂਕਿ ਨਾਮ ਵਿੱਚ ਹੀ ਮੁਕਤੀ ਮਿਲਣੀ ਹੈ। ਪੌੜੀ ਸਤਿਗੁਰ ਜਿਨੀ ਧਿਆਇਆ ਸੇ ਕੜ ਨਾ ਸਵਾਹੀ। ਮਹਾਰਾਜ ਕਹਿੰਦੇ ਜਿਨੀ ਸਤਿਗੁਰ ਨੂੰ ਧਿਆਇਆ, ਸਿਮਰਿਆ, ਵਾਹਿਗੁਰੂ ਜਪਿਆ, ਗੁਰੂ ਦਾ ਉਪਦੇਸ਼ ਧਾਰਨ ਕੀਤਾ, ਉਹ ਕੜ ਨਾ ਸਵਾਹੀ। ਅੰਦਰੋਂ ਕੜੇ ਨਹੀਂ, ਦੁਖੀ ਨਹੀਂ ਹੋਏ, ਕ੍ਰੋਧੀ ਨਹੀਂ ਹੋਏ, ਜਲੇ ਨਹੀਂ, ਸੜੇ ਨਹੀਂ, ਐ ਸ਼ਾਂਤ ਰਹੇ। ਜਿਹੋ ਜਿਹੇ ਹਾਲ ਵਿੱਚ ਰੱਬ ਨੇ ਰੱਖਿਆ ਉਸੇ ਹਾਲ ਵਿੱਚ ਉਹ ਖੁਸ਼ ਰਹੇ, ਸ਼ੁਕਰਾਨਾ ਕਰਦੇ ਰਹੇ। ਉਹ ਫਿਰ ਅੰਦਰੋਂ ਚਿੱਤ ਜੋੜ ਕੇ ਕਹਿੰਦੇ ਨੇ ਦਾਤਾ ਜੇ ਰਾਜ ਬਹਾਲੇ ਤਾਂ ਗੁਲਾਮ ਕਾਸੀ, ਜੇ ਮਾਰ ਕੱਢੇ ਪੀ ਧਿਆਈ। ਜੇ ਤੂੰ ਰਾਜ ਦੇਵੇਂ ਤਾਂ ਵੀ ਤੇਰਾ ਗੁਲਾਮ, ਜੇ ਤੂੰ ਸਭ ਕੁਝ ਖੋਲੇ ਮੈਨੂੰ ਘਾਹ ਖੋਤਣ ਲਾ ਦੇ, ਫਿਰ ਮੈਨੂੰ ਉਸੇ ਤਰ੍ਹਾਂ ਦਾ ਕਰ ਦੇ ਤਾਂ ਮੇਰਾ ਕੀ ਜ਼ੋਰ ਹੈ, ਮੈਂ ਤਾਂ ਵੀ ਖੁਸ਼ ਹਾਂ। ਉਹਦੇ ਭਾਣੇ ਵਿੱਚੋਂ ਖੁਸ਼ ਤੇ ਪ੍ਰਸੰਨ ਰਹਿੰਦੇ ਹਨ, ਭਾਵ ਅੰਦਰੋਂ ਕੱਢਦੇ ਤੇ ਦੁਖੀ ਨਹੀਂ ਹੁੰਦੇ। ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ। ਸਤਿਗੁਰ ਨੂੰ ਸਿਮਰਨ ਵਾਲੇ, ਧਿਆਨ ਵਾਲੇ ਤ੍ਰਿਪਤ ਰਹਿੰਦੇ ਹਨ, ਰੱਜ ਜਾਂਦੇ ਹਨ। ਥੋੜੇ ਵਿੱਚ ਵੀ ਸ਼ੁਕਰਾਨਾ ਕਰਦੇ, ਬਹੁਤੀਆਂ ਵੱਡੀਆਂ ਇਸ਼ਾਵਾਂ ਨਹੀਂ ਰੱਖਦੇ। ਪਤਾ ਕਿਉਂ? ਉਹ ਯਾਦ ਰੱਖਦੇ ਨੇ ਜਿੰਨਾ ਮਰਜੀ ਜੋੜ ਲਵਾਂ ਬਣਾ ਲਵਾਂ, ਇੱਥੇ ਛੱਡ ਕੇ ਚਲੇ ਜਾ ਰਹਿੰਦਾ। ਹੋਰ ਬਣਾ ਲਵਾਂਗੇ, ਵੱਡੇ 4 ਘਰ ਹੋਰ ਲੈ ਲਵਾਂਗੇ, 5-7 ਕਿਰਾਏ ਤੇ ਹੋਰ ਘਰ ਲੈ ਕੇ ਦੇ ਦੋਗੇ ਤੇ ਫਿਰ ਇੱਥੇ ਹੀ ਛੱਡ। ਉਹ ਯਾਦ ਰੱਖਦੇ ਨੇ ਕਿ ਲੰਕਾ ਗੱਡ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਹ ਯਾਦ ਰੱਖਦੇ ਨੇ ਕਿ ਸੰਸਾਰ ਵਿੱਚ ਸੋਨੇ ਦੇ ਘਰ ਬਣਾ ਕੇ ਵੀ ਲੋਕ ਚਲੇ ਗਏ, ਨਾਲ ਕੀ ਲੈ ਗਏ? ਜੋ ਰੱਬ ਨੇ ਦਿੱਤਾ ਉਹਨੂੰ ਆਨੰਦ ਨਾਲ ਖਾ ਕੇ ਭੋਗ ਕੇ ਉਹਦਾ ਸ਼ੁਕਰਾਨਾ ਕਰਦੇ ਨੇ। ਇਸ ਤਰ੍ਹਾਂ ਭਾਣੇ ਵਿੱਚੋਂ ਤ੍ਰਿਪਤ ਰਹਿੰਦੇ ਹਨ। ਸਤਿਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਹੀਂ। ਫਿਰ ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ, ਮੌਤ ਦਾ ਡਰ ਨਹੀਂ। ਉਹ ਕਹਿੰਦੇ ਜਦ ਮਰਜ਼ੀ ਆ ਜਾ, ਬਿਲਕੁਲ ਤਿਆਰ ਬੈਠੇ ਨੇ। ਇੱਥੇ ਕਿਹੜਾ ਕੋਈ ਨਾਲ ਚੱਕ ਕੇ ਇਕੱਠਾ ਕਰਕੇ ਲੈ ਕੇ, ਜਦੋਂ ਮਰਜ਼ੀ ਸੱਦਾ ਭੇਜ ਦੇ ਉਹ ਤਿਆਰ ਰਹਿੰਦੇ ਨੇ। ਕਿਉਂ? ਉਹ ਸੱਦੇ ਤੋਂ ਨਹੀਂ ਡਰਦੇ, ਸੱਦਣ ਵਾਲੇ ਨੂੰ ਸਿਮਰਦੇ ਰਹਿੰਦੇ। ਤੁਸੀਂ ਰੋਜ਼ ਤਾਈਓ ਪੜ੍ਹਦੇ ਹੋ ਨਾ, ਸਤਿਗੁਰੂ ਜੀ ਨੇ ਹੁਕਮ ਕੀਤਾ ਸਿੱਖਾ ਸੌਣ ਲੱਗਿਆ
ਤੂੰ ਪੜ ਲਿਆ ਕਰ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਫਿਰ ਤੈਨੂੰ ਸੱਦੇ ਤੋਂ ਡਰ ਨਹੀਂ ਲੱਗੇਗਾ, ਜਮਾਂ ਦਾ ਡਰ ਤੇ ਬਿਲਕੁਲ ਨਹੀਂ ਆਏਗਾ। ਜਿਨ ਕੋ ਹੋਆ ਕਿਰਪਾਲ ਹਰ ਸੇ ਸਤਗੁਰ ਪੈਰੀ ਪਾਈ। ਆਖੋ ਸਤਨਾਮ ਸ੍ਰੀ। ਜਿਨ੍ਹਾਂ ਤੇ ਰੱਬ ਕਿਰਪਾਲੂ ਹੋਇਆ ਉਹ ਸਤਿਗੁਰ ਦੇ ਪੈਰਾਂ 'ਚ ਪਏ, ਉਹ ਗੁਰੂ ਦੀ ਸ਼ਰਨ ਵਿੱਚ ਆਏ, ਉਹ ਗੁਰੂ ਵਾਲੇ ਬਣੇ ਜਿਨ੍ਹਾਂ ਉੱਤੇ ਰੱਬ ਪ੍ਰਸੰਨ ਹੋਇਆ, ਪਰਮੇਸ਼ਰ ਪਰਮਾਤਮਾ ਨੇ ਕਿਰਪਾ ਕੀਤੀ ਹੈ। ਤਿਨ ਐਥੈ ਓਥੈ ਮੁਖ ਉਜਲੇ ਹਰ ਦਰਗਾ ਪੈਂਦੇ ਜਾਈ। ਆਖੋ ਸਤਨਾਮ ਸ੍ਰੀ। ਇੱਥੇ ਲੋਕ ਵਿੱਚ, ਉੱਥੇ ਮਰਨ ਤੋਂ ਬਾਅਦ ਆਤਮਾ ਪਰਲੋਕ ਵਿੱਚ ਉਹ ਕੀ ਰਹਿੰਦੇ? ਸਤਿਗੁਰ ਨੂੰ ਸਿਮਰਨ ਵਾਲੇ। ਮਹਾਰਾਜ ਕਹਿੰਦੇ ਮੁਖ ਉਜਲੇ, ਇੱਥੇ ਵੀ ਮੂੰਹ ਸੋਹਣੇ। ਕੋਈ ਬੰਦਾ ਉਹਨਾਂ ਨੂੰ ਨਹੀਂ ਕਹਿੰਦਾ ਫਲਾਨਾ ਜੀ ਹੇਰਾ ਫੇਰੀ ਕਰ ਗਿਆ, ਮੇਰੇ ਇੰਨੇ ਪੈਸੇ ਮਾਰ ਗਿਆ, ਮੇਰਾ ਇੰਨਾ ਪੈਸਾ ਮਾਰ ਗਿਆ। ਇੱਥੇ ਲੋਕ ਜਿਉਂਦਿਆਂ ਵੀ ਫਟਕਾਰਾਂ ਪਾਉਂਦੇ, ਮਰਨ ਤੋਂ ਬਾਅਦ ਵੀ ਕਹਿੰਦੇ ਮੇਰੇ ਇੰਨੇ ਪੈਸੇ ਦੱਬ ਲਿਆ ਜੀ ਉਹਨੇ, ਇੰਨਾ ਉਹਨੇ ਮੇਰਾ ਦੱਬ ਲਿਆ। ਇਸ ਲਈ ਜ਼ਿੰਦਗੀ ਵਿੱਚ ਯਾਦ ਰੱਖਣਾ, ਕਿਸੇ ਦਾ ਪੈਸਾ ਬੇਈਮਾਨੀ ਨਾਲ ਨਾ ਮਾਰਨਾ। ਜਿਹੜਾ ਬੰਦਾ ਕਿਸੇ ਦਾ ਪੈਸਾ ਮਾਰਨ ਦੀ ਇੱਛਾ ਰੱਖਦਾ, ਲੋਕ ਵਿੱਚ ਉਹਦਾ ਵੀ ਕੋਈ ਮਾਰ ਲੈਂਦਾ, ਉਹਦੀ ਉਮਰ ਵੀ ਦੁੱਖਾਂ 'ਚ ਲੰਘਦੀ। ਜਿਹੜਾ ਕਿਸੇ ਦਾ ਪਲਾਟ ਦੱਬ ਲੈਂਦਾ, ਕਦੇ ਨਾ ਕਦੇ ਉਹਦਾ ਵੀ ਕੋਈ ਦੱਬ ਲੈਂਦਾ, ਫਿਰ ਉਹਦੀ ਵੀ ਏਦਾਂ ਲੰਘਦੀ। ਔਰ ਦੂਜੀ ਗੱਲ, ਫਿਰ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਾਧ ਸੰਗਤ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਸਿਮਰ ਬੇਨਤੀ ਹੈ।